ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟਿ ਸਾਹਿਬ ਵੈਲਕਮ ਜੀ, ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ, ਬੜੀ ਕਿਰਪਾ ਜੀ। ਤੁਸੀਂ ਸੁਣਾਓ? ਸ਼੍ਰੋਮਣੀ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ 9 ਮੈਂਬਰੀ ਕਮੇਟੀ ਬਣਾਈ ਹੈ। ਅਗਲੀ ਮੀਟਿੰਗ 19 ਮਈ ਨੂੰ ਹੋਣ ਜਾ ਰਹੀ ਹੈ। ਇਸ 9 ਮੈਂਬਰੀ ਕਮੇਟੀ ਨੂੰ ਲੈ ਕੇ ਬੜੇ ਚਰਚਾ ਵੀ ਛਿੜੀ ਹੋਈ ਹੈ ਔਰ ਜਿਹੜੇ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਨੇ ਸੱਤਾ ਭੋਗੀ ਹੈ, ਜਿਨ੍ਹਾਂ ਨੇ ਰਾਜ ਕੀਤਾ ਹੈ, ਉਹਨਾਂ 'ਤੇ ਜ਼ਿਆਦਾ ਕੀਮਤੂ ਪਰੰਤੂ ਹੋ ਰਿਹਾ ਕਿ ਤੁਸੀਂ ਆਪਣੇ ਵੇਲੇ ਤਾਂ ਕਬੱਡੀ ਟੂਰਨਾਮੈਂਟ ਦੇ ਵਿੱਚ ਠੁਮਕੇ ਲਾਉਣ ਵਾਸਤੇ ਪੰਜਾਬ ਦੀ ਜਨਤਾ ਦਾ ਪੈਸਾ ਬੰਬੇ ਦੀਆਂ ਹੀਰੋਆਂ ਨੂੰ ਵੰਡ ਦਿੱਤਾ। ਹਾਂਜੀ, ਤੁਹਾਡੇ ਰਾਜ ਦੇ ਵਿੱਚ ਬੜਾ ਕੁਝ ਹੋਰ ਹੁੰਦਾ ਰਿਹਾ, ਉਹ ਤੁਹਾਨੂੰ ਉਦੋਂ ਦਿਖਾਈ ਨਹੀਂ ਦਿੱਤਾ। ਬੜੇ ਸਵਾਲ ਨੇ, ਜੇਕਰ ਸੋਸ਼ਲ ਨੈਟਵਰਕ ਮੀਡੀਆ ਦੀ 1-2 ਤਸਵੀਰਾਂ ਤੁਹਾਨੂੰ ਦਿਖਾਵਾਂ ਤਾਂ ਹੈਰਾਨ ਕਰਨ ਵਾਲੀਆਂ। ਹਾਂਜੀ, ਜਿਹਦੇ ਵਿੱਚ ਸਵਾਲ ਕੀਤੇ ਜਾ ਰਹੇ ਨੇ ਕਿ ਤੁਹਾਡੇ ਰਾਜ ਦੇ ਵਿੱਚ ਸ਼ਰੇਆਮ ਜਿਹੜੇ ਨੌਜਵਾਨ ਸੀ ਉਹਨਾਂ 'ਤੇ ਗੋਲੀਆਂ ਚੱਲਦੀਆਂ ਰਹੀਆਂ। ਜੀ ਆਹ ਵੇਖੋ, ਪ੍ਰਕਾਸ਼ ਸਿੰਘ ਬਾਦਲ ਆਪਣੇ 15 ਸਾਲਾਂ ਦੇ ਕਾਰਜਕਾਲ ਦੌਰਾਨ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲੇਆਮ ਸੰਬੰਧਿਤ ਤਬਾੜੀ ਦੀ ਜਾਂਚ ਰਿਪੋਰਟ ਨਹੀਂ ਕਰ ਸਕਿਆ। ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨਾਂ ਦੇ ਰਾਜ ਅੰਦਰ ਯੋਪਾ ਜਣੀਆਂ UAPA ਹਾਂਜੀ ਦੀ ਦੁਰਵਰਤੋਂ ਹੁੰਦੀ ਰਹੀ। ਇਹ ਆਪਣੇ ਕਾਰਜਕਾਲ ਦੌਰਾਨ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਕੀਤਾ ਕੋਈ ਵੀ ਇੱਕ ਉਪਰਾਲਾ ਵਿਖਾ ਦੇਣ ਜਿਸ ਵਿੱਚ ਕੇਂਦਰ ਸਰਕਾਰ ਨਾਲ ਕੋਈ ਚਿੱਠੀ ਪੱਤਰ ਕੀਤਾ ਹੋਵੇ ਜਾਂ ਕੋਈ ਸੰਬੰਧਿਤ ਫਾਈਲ 'ਤੇ ਕੰਮ ਕੀਤਾ ਹੋਵੇ। ਸਿੱਖ ਕੌਮ ਇਹਨਾਂ ਦੇ ਝਾਂਸੇ ਵਿੱਚ ਨਾ ਆਵੇ। ਇਹ ਸਿਰਫ ਕੌਮ ਵਿੱਚ ਆਪਣੀ ਗਵਾਚੀ ਹੋਈ ਸ਼ਾਖ ਨੂੰ ਲੱਭਣ ਲਈ ਤਰਲੋਮਸ਼ੀ ਹੋ ਰਹੇ ਨੇ, ਇਸ ਤੋਂ ਵੱਧ ਕੁਝ ਨਹੀਂ। ਉਹ ਗੱਲ ਫੇਰ ਆ ਗਈ ਨਾ ਕੁਰਸੀ ਮੇਜ਼ ਵਾਲੀ। ਹਾਂਜੀ ਭੱਟੀ ਸਾਹਿਬ, ਜਿੱਥੋਂ ਤੱਕ ਇਹ 9 ਮੈਂਬਰੀ ਕਮੇਟੀ ਦੀ ਗੱਲ ਆ ਜੀ, ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਸ਼ਾਇਦ, ਜਿਸ ਦਿਨ ਇਹ 11 ਤਰੀਕ ਨੂੰ ਮੀਟਿੰਗ ਹੋਈ ਸੀ, ਉਸ ਮੀਟਿੰਗ ਜਿਹੜੇ ਸਾਡੇ ਵੱਡੇ ਨੇਤਾ ਸੀ ਨਾ ਅਕਾਲੀ ਦਲ ਦੇ ਹਾਜ਼ਰ ਨਹੀਂ ਸੀ, ਜਿਨ੍ਹਾਂ ਵਿੱਚ ਜਥੇਦਾਰ ਤੋਤਾ ਸਿੰਘ ਲੈ ਲਓ, ਸੁਖਦੇਵ ਸਿੰਘ ਢੀਂਡਸਾ ਲੈ ਲਓ, ਜਗਮੀਤ ਬਰਾੜ ਭਾਵੇਂ ਹੋਣੀ ਹੈ ਲੇਕਿਨ ਉਹ ਵੀ ਆਪਣੇ ਕੱਦ ਬੁੱਧ ਦੇ ਵੱਡੇ ਲੀਡਰ ਜੀ, ਉਹ ਵੀ ਹਾਜ਼ਰ ਨਹੀਂ ਸੀ। ਤੇ ਜਿਹੜੀ ਮੀਟਿੰਗ ਹੋ ਰਹੀ ਸੀ, ਮੀਟਿੰਗ ਦੇ ਜਿਹੜੇ ਸਿਪਾਹ ਸਲਾਹ ਸੀ ਨਾ, ਜਿਹੜੇ ਪਿਛਲੇ ਕਹਿੰਦੇ ਬਾਦਲ ਨੂੰ ਮਾਰ ਦੇਣਾ ਜੀ, ਮੌਕਾ ਮਿਲਿਆ ਨਹੀਂ ਸੀ ਜੀ, ਉਹ ਬੰਦੇ ਉੱਥੇ ਤੇਜ ਦੇ ਘੇਰੇ ਜਿਨ੍ਹਾਂ ਵਿੱਚ ਅਮਰਜੀਤ ਚਾਵਲਾ, ਗੁਰਚਰਨ ਗਲੇਵਾਲ, ਅੱਜ ਗੁਰਚਰਨ ਗਲੇਵਾਲ ਸਿੱਖਾਂ ਲਿਆ ਬਸ ਸਪੋਕਸ ਪਰਸਨ ਬਣਿਆ ਸੀ ਤੇ ਨਾਲ ਜਿੰਦਰ ਸਿੰਘ ਮਹਿਤਾ, ਉਹ ਜਿਹੜਾ ਪ੍ਰਚਾਰਕ ਸਟੇਟ ਸ਼ਕਤੀ ਬਣਾਇਆ ਸੀ, ਉਹਨੂੰ ਜੋ ਇਹ ਹੁਕਮ ਕਰਦੇ ਚੱਲਦੇ ਉਹ ਉਹੀ ਕਰਦੇ। ਮਤਲਬ ਗਲਬਾ ਉਹਨਾਂ ਦਾ ਪੂਰਾ ਸਿਸਟਮ ਹੈ, ਪ੍ਰਧਾਨ ਦਾ ਵੀ ਗਲਬਾ ਨਹੀਂ ਸੀ ਉੱਥੇ। ਫਿਰ ਵੇਖੋ, ਜਦੋਂ ਕਿਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਮਾਫੀ ਦੀ ਗੱਲ ਕੀਤੀ ਗਈ ਸੀ ਤੇ 3 ਕਿਸਾਨ ਜਥੇਬੰਦੀਆਂ ਦੇ ਆਗੂ ਉਸ ਕਮੇਟੀ 'ਚ ਪਾਏ ਗਏ ਸੀ, ਸ਼ਾਮਲ ਕੀਤੇ ਗਏ। ਔਰ ਇਸ ਮੀਟਿੰਗ ਵਿੱਚ ਬਕਾਇਦਾ ਤੌਰ ਤੇ ਪ੍ਰਧਾਨ ਨੇ ਆਪ ਫੋਨ ਕਰਕੇ ਬਲਦੇਵ ਸਿੰਘ ਸੱਚੇ ਨੂੰ ਬੁਲਾਇਆ ਵੀ ਭਾਈ ਤੁਸੀਂ ਜ਼ਰੂਰ ਆਇਓ। ਉਹਨਾਂ ਨੂੰ 2 ਮਿੰਟ ਆਪਣਾ ਸੰਬੋਧਨ ਕਰਨ ਦਾ ਟਾਈਮ ਦਿੱਤਾ ਕਿ ਉਹ ਬਾਈਕਾਟ ਕਰ। ਮੇਰਾ ਕਹਿਣ ਤੋਂ ਭਾਵ ਵੀ ਜੇ ਤੁਸੀਂ ਇਹੋ ਕੁਝ ਹੀ ਕਰਨਾ ਗਾ, ਇਹੋ ਕੁਝ ਕਰਨਾ, ਸਿਰਫ ਆਪਣੀ ਇਹ ਆ ਵੀ ਸਾਡੀ ਕਿਸੇ ਤਰ੍ਹਾਂ ਜੜ ਲੱਗ ਜਾਏ। ਜਿੰਨਾ ਤੁਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਕਰੋਗੇ ਉਹਨਾਂ ਤੁਸੀਂ ਨੁਕਸਾਨ ਕਰੋਗੇ, ਕੋਈ ਫਾਇਦਾ ਨਹੀਂ। ਚਾਹੀਦਾ ਇਹ ਸੀਗਾ ਕਿ ਜਿਹੜੇ ਜਥੇਬੰਦੀਆਂ ਨਹੀਂ ਆਈਆਂ ਉਹਨਾਂ ਨੂੰ ਜਾ ਕੇ ਅਪਰੋਚ ਕੀਤੀ ਜਾਂਦੀ। ਉਹ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਵੀ ਜਿਹੜੀਆਂ ਨਹੀਂ ਹੈ ਜਥੇਬੰਦੀਆਂ, ਜਿਹਦੀ ਮਰਜ਼ੀ ਡਿਊਟੀ ਲਾ ਦੇ, ਬਚਾ ਕੇ ਮੇਰੀ ਡਿਊਟੀ ਲਾ ਦੇ, ਮੈਂ ਘਰ ਜਾ ਕੇ ਰਿਕੁਐਸਟ ਕਰੂੰਗਾ ਉਹਨਾਂ ਨੂੰ, ਭਾਈ ਆਓ। ਬਿਲਕੁਲ ਉਹਨਾਂ ਦੀ ਸਪੀਚ ਦੇ ਵਿੱਚ ਹੈ। ਠੀਕ, ਉਹਨਾਂ ਤੇ SGPC ਚੋਣਾਂ ਦੀ ਵੀ ਗੱਲ ਕੀਤੀ, ਬਾਕੀ ਤੇ ਕਿਸੇ ਨੇ ਕੀਤੀ। ਇਸ ਕਰਕੇ ਇਹ ਉੱਥੇ ਅਜੇ ਵੀ ਜਿਹੜੇ ਭੰਬਲ ਭੂਸੇ 'ਚ ਪੈ ਨੇ। ਮੈਂ ਇਹ ਗੱਲ ਕਹਿ ਦਿਆਂ, ਇਹਨਾਂ ਦੇ ਵਿੱਚੋਂ ਜੇ ਕਿਤੇ ਕਹੀਏ ਟਿਕਣਬਾਜ਼ੀ ਤੌਰ ਤੇ ਮਨਜੀਤ ਸਿੰਘ GK ਪਹਿਲੇ ਨੰਬਰ ਤੇ, ਜੇ ਧਾਰਮਿਕ ਤੌਰ ਤੇ ਪੱਖ ਪੇਸ਼ ਕਰਨਾ ਹੋਵੇ ਤੇ ਸਰਦਾਰ ਪਰਮਜੀਤ ਸਿੰਘ ਬੜੇ ਵਧੀਆ ਤਰੀਕੇ ਨਾਲ ਪੇਸ਼ ਕਰਦੇ। ਤੇ ਬਾਕੀ ਲੋਕਾਂ ਨੂੰ ਆਪਣੀਆਂ ਸਿਰਫ ਗੱਦੀਆਂ ਨਾਲ ਵੀ ਸਾਡੀ ਗੱਦੀ ਕੋਈ ਵੱਜਦੀ, ਸਾਡੀ ਕੁਰਸੀ ਕਿਵੇਂ ਵੱਜਦੀ ਹੈ, ਉਹ ਗੱਦੀਆਂ ਤੱਕ ਸੀਮਤ ਨੇ। ਜੇ ਇਹੋ ਕੁਛ ਰਿਹਾ ਤੇ ਮੈਂ ਸੋਚਦਾ ਕਿ ਅਕਾਲੀ ਦਲ ਆਪਣਾ ਹੋਰ ਨੁਕਸਾਨ ਜੀ।
9058131320 ਤੁਸੀਂ ਦੇਖ ਰਹੇ ਹੋ ਕਿ ਜਿਹੜੇ ਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ, ਉਹਦੇ ਵਿੱਚ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਦੇ ਸਰਪ੍ਰਸਤ ਕਹਿ ਲਓ ਜਾਂ ਕੁਛ ਵੀ ਕਹਿ ਲਓ, ਕਰਤਾ ਧਰਤਾ ਕਹਿ ਲਓ, ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਨਾਲ ਜਿਹੜਾ ਹੈ ਸਿੱਧਾ ਉਹਨਾਂ ਦਾ ਜਿਹੜਾ ਹੈ ਕਿ ਵਾਹ ਵਾਸਤਾ, ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਦੇ। ਔਰ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ, ਜਿਨ੍ਹਾਂ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਨੇ ਕਿਹਾ ਸੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਕਰਦੀ ਹੈ ਸਰਕਾਰ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਬਾਬਾ ਧੁਮਾ ਕਿ ਕਿੰਨਾ ਕੁ ਉਹਨਾਂ ਦੇ ਪਦ ਚਿੰਨ੍ਹ ਤੇ ਚੱਲਦੇ ਨੇ ਅਸੀਂ ਸਭ ਜਾਣਦੇ ਹਾਂ। ਉਸ ਤੋਂ ਬਾਅਦ ਆ ਗਿਆ ਜੀ ਬਾਬਾ ਨਿਹਾਲ ਸਿੰਘ, ਦੱਸਣ ਦੀ ਕੋਈ ਲੋੜ ਨਹੀਂ, ਸਭ ਜਾਣਦੇ ਹੋ। ਹਰਮੀਤ ਸਿੰਘ ਕਾਲਕਾ, ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਵਕਤ ਪ੍ਰਧਾਨ ਨੇ ਤੇ ਅੱਜ ਮਨਜਿੰਦਰ ਸਿੰਘ ਬਿੱਟਾ ਦੇ ਨਾਲ ਬੜੇ ਖੁਸ਼ ਹੋ ਕੇ ਗੜਵੱਕੜੀ ਪਾ ਕੇ ਇਹਨਾਂ ਦੀ ਫੋਟੋ ਸਾਹਮਣੇ ਦਿਖਾਈ ਦਿੱਤੀ ਹੈ। ਆਓ ਫਿਰ ਉਸ ਸ਼ਖਸੀਅਤ ਦੀ ਗੱਲ ਕਰ ਦਿੰਦੇ ਹਾਂ, ਸਰਦਾਰ ਪਰਮਜੀਤ ਸਿੰਘ ਸਰਨਾ, ਜਿਨ੍ਹਾਂ ਦੇ ਬਾਰੇ ਭੱਟੀ ਸਾਹਿਬ ਨੇ ਦੱਸਿਆ ਕਿ ਧਾਰਮਿਕ ਮੁੱਦਿਆਂ ਨੂੰ ਵੈਸੇ ਉਹਨਾਂ ਨੇ ਜਿਸ ਤਰੀਕੇ ਨਾਲ ਚਿੰਤਾ ਜ਼ਾਹਰ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮਾਮਲੇ 'ਚ ਨਵੀਆਂ ਸੱਤਾ ਵਿੱਚ ਆਈਆਂ ਰੂਹਾਂ ਜਿਹੜੀਆਂ ਨੇ ਤਰਲੋਮਸ਼ੀ ਹੋ ਰਹੀਆਂ ਨੇ, ਇਸ਼ਾਰਾ ਤੁਸੀਂ ਸਮਝ ਸਕਦੇ ਹੋ। ਮਨਜੀਤ ਸਿੰਘ ਜੀ ਕੇ ਖਾਲਿਸਤਾਨ ਦੇ ਵਿਰੋਧ ਵਿੱਚ ਨੇ, ਸਰਦਾਰ ਸਿਮਰਜੀਤ ਸਿੰਘ ਮਾਨ ਖਾਲਿਸਤਾਨੀ ਨੇ, ਔਰ ਮਨਜੀਤ ਸਿੰਘ ਜੀ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਕੇ ਜਿਵੇਂ ਆਪਣੀ ਲਾਹ ਪਾ ਕਰਵਾ ਕੇ ਗਏ ਤੁਸੀਂ ਜਾਣਦੇ ਹੋ। ਭਾਈ ਬਲਜੀਤ ਸਿੰਘ ਦਾਦੂਵਾਲ, ਇਹਨਾਂ ਤੇ ਪੰਥਕ ਸਰਕਾਰ ਵੇਲੇ AK-47 ਰੱਖਣ ਦਾ ਜਾਂ ਫਿਰ 47 ਰੱਖਣ ਦਾ ਪਰਚਾ ਵੀ ਦਰਜ ਹੋਇਆ ਸੀ ਤੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਥਾਪੇ ਗਏ ਸਨ, ਜਿਹੜੇ ਜਿਸ ਵਕਤ ਸਰਬੱਤ ਖਾਲਸਾ ਆਇਆ ਸੀ। ਤੇ ਪਰ ਇਸ ਵਕਤ ਤੋਂ ਜਥੇਦਾਰੀ ਨਾਲੋਂ ਕਹਿੰਦੇ ਵੀ ਗੋਲਕ ਪਿਆਰੀ ਆ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸੋ ਇਹ ਆ ਜੀ ਸਾਰਾ ਤਿੱਕੜਮਬਾਜੀ। ਬਾਕੀ ਪੱਟੀ ਸਾਹਿਬ ਸਭ ਜਾਣਦੇ ਨੇ। ਮੇਰੇ ਨਾਲ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਮੈਂ ਕਾਲਰਸ ਨੂੰ ਬੇਨਤੀ ਕਰਾਂਗਾ ਜੀ ਵੱਧ ਤੋਂ ਵੱਧ 30 ਸੈਕਿੰਡ ਤੋਂ ਬਾਅਦ ਨਾ ਸਮਾਂ ਲਿਆ ਜਾਵੇ ਔਰ ਬਾਕੀਆਂ ਨੂੰ ਸਮਾਂ ਦਿੱਤਾ ਜਾਵੇ। ਧੰਨਵਾਦ ਜੀ, ਵੈਲਕਮ। ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ, ਤੁਹਾਨੂੰ ਵੀ ਚਾਵਲਾ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਹਾਂ ਪੱਟੀ ਸਾਹਿਬ, ਸਰ ਗੱਲ ਏਦਾਂ, ਉਹ ਸਵਾਲ ਪੁੱਛਿਆ ਜਿਹੜੇ ਪੰਥਕ ਆਗੂ ਉਹਨਾਂ ਤੱਕ ਵੀ ਇਹ ਪਹੁੰਚਾਇਓ। 35-40 ਸਾਲਾਂ ਚਾਵਲਾ ਜੀ ਇਸ ਮੰਚ ਤੇ ਜਿਹਦਾ ਜ਼ਿਕਰ ਹੋਇਆ ਵੀ ਕੁਛ ਜਿਹਦਾ ਗਿਆਨ ਗੋਦੜੀ ਦੀ ਤਰ੍ਹਾਂ ਗੁਰਦੁਆਰਿਆਂ ਤੋਂ ਢਾਹ ਕੇ ਉਹਨਾਂ ਦੀ ਜਗ੍ਹਾ ਕੁਛ ਹੋਰ ਬਿਲਡਿੰਗਾਂ ਬਣ ਗਈਆਂ, ਚਾਹੇ ਕੋਈ ਹੋਰ ਧਾਰਮਿਕ ਸਥਾਨ ਬਣ ਗਏ, ਤੇ ਤੁਹਾਨੂੰ ਨਹੀਂ ਲੱਗਦਾ ਵੀ ਹੁਣ ਸ਼੍ਰੋਮਣੀ ਕਮੇਟੀ ਦਾ ਜਾਂ ਜਿਹੜੇ ਮੋਰਲੀ ਕਤਾਰ ਦੇ ਆਗੂ ਉਹਨਾਂ ਲਈ ਢੁਕਵਾਂ ਮੌਕਾ ਆ? ਕਿਉਂਕਿ ਜੇ 400 ਸਾਲ ਪੁਰਾਣੀਆਂ ਮਸਜਿਦਾਂ ਢਾਹ ਕੇ ਫਰੋਲੀਆਂ ਜਾ ਸਕਦੀਆਂ ਵੀ ਇਹ ਕਿਸੇ ਹੋਰ ਧਰਮ ਨਾਲ ਸੰਬੰਧਿਤ ਤਾਂ ਨਹੀਂ, ਤੇ ਹੁਣ ਤਾਂ ਜਿਹੜੇ 40 ਸਾਲ ਪਹਿਲਾਂ ਢਾਹ ਕੇ ਗੁਰਦੁਆਰੇ ਢਾਏ ਗਏ ਨੇ ਤਾਂ ਉਹਨਾਂ ਤੋਂ ਮੰਦਿਰ ਬਣੇ, ਉਹਨਾਂ ਤਾਂ ਸਬੂਤ ਜੱਗ ਜ਼ਾਹਰ ਨੇ। ਬਿਲਕੁਲ ਇਹ ਤਾਂ ਵੈਲਿਡ ਕੁਐਸਚਨ ਚੁੱਕਿਆ। ਬਹੁਤ ਧੰਨਵਾਦ, ਤੁਸੀਂ ਇਸ ਮੰਚ ਨੂੰ ਇਸ ਕਾਬਲ ਸਮਝਦੇ ਹੋ ਕਿ ਤੁਹਾਨੂੰ ਇਹ ਮੌਕਾ ਮਿਲਦਾ, ਪਰ ਬਹੁਤ ਧੰਨਵਾਦ ਤੁਹਾਡਾ। ਅਸੀਂ ਇਸ ਗਿਆਨ ਗੋਦੜੀ ਦਾ ਮੇਰੇ ਖਿਆਲ 'ਚ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਰੰਗਲਾ ਪੰਜਾਬ ਨੇ ਡੁਗਡੁਗੀ ਵਜਾਈ ਸੀ ਤੇ ਮੈਨੂੰ ਪਾਗਲ ਕਰਾਰ ਦਿੱਤਾ, ਮੈਨੂੰ ਕਈ ਤਰ੍ਹਾਂ ਦੇ ਰੁਤਬੇ ਲਾਏ, ਬੜੇ ਮੋਹਰਾਂ ਲਾਈਆਂ, ਪਰ ਇਹ ਸਵਾਲ ਉਠਾਇਆ ਗਿਆ ਸੀ ਰੰਗਲਾ ਪੰਜਾਬ ਵੱਲੋਂ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦਾ। ਹਾਂਜੀ ਜੀ ਜੀ ਹਾਂ, ਮੈਂ ਸਰ 1 ਸੈਕਿੰਡ ਹੋਰ ਲਊਂਗਾ। ਮੈਂ ਇਹ ਕਹਿੰਦਾ ਵੀ ਇਹ ਢੁਕਵਾਂ ਸਮਾਂ ਤਾਂ ਆ ਕਿਉਂਕਿ ਹੁਣ ਅਗਰ ਜੇ ਤੁਹਾਡੇ ਪੰਥਕ ਲੀਡਰ ਹੁਣ ਅਗਰ ਇਹ ਆਵਾਜ਼ ਉਠਾਉਂਦੇ ਆ ਨਾ, ਤਾਂ ਹੁਣ ਜਿਹੜੇ ਦੇਸ਼ ਦੇ ਬੁੱਧੀਜੀਵੀ ਆ ਚਾਹੇ ਕਿਸੇ ਵੀ ਧਰਮ ਨਾਲ ਹੋਣ, ਉਹ ਤੁਹਾਡੀ ਹਾਂ ਨਾ ਹਾਂ ਮਿਲਾਉਣਗੇ ਇਹ ਕਹਿ ਕੇ ਵੀ ਜੇ ਅਦਾਲਤ 400 ਸਾਲ ਪੁਰਾਣੀ ਮਸਜਿਦ ਦਾ ਨੂੰ ਛਾਣਬੀਣ ਕਰ ਸਕਦੀ ਆ ਵੀ ਕਿਸੇ ਹਿੰਦੂ ਧਰਮ ਨਾਲ ਸੰਬੰਧਿਤ ਤਾਂ ਨਹੀਂ, ਤਾਂ ਜਿਹੜੇ ਹੁਣ ਇਹ ਚੀਜ਼ ਵਾਪਰੇ 40 ਸਾਲ ਪਹਿਲਾਂ ਉਹਨਾਂ ਦੀ ਤੁਹਾਨੂੰ ਕਿੱਦਾਂ ਨਾ ਕਰ ਦੂਗੀ? ਦੱਸ। ਮਿਹਰਬਾਨੀ, ਥੈਂਕ ਯੂ। ਹਾਂਜੀ, ਜਿਹੜੀ ਗੱਲ ਵੀਰ ਜੀ ਨੇ ਕਹੀ ਬਿਲਕੁਲ ਦਰੁਸਤ ਗਈ। ਅਸੀਂ ਬਾਰ-ਬਾਰ ਗੱਲ ਦੁਹਰਾਉਣੀ ਚਾਹੁੰਦੇ, ਅਸੀਂ ਕਈ ਵਾਰ ਕਹਿ ਚੁੱਕੇ ਸਮਾਜ ਦੇ ਉੱਤੋਂ ਕਿ ਜੇ 13 ਸਾਲ ਬਕਾਇਦਾ ਤੌਰ ਤੇ ਅਕਾਲੀ ਦਲ ਬਾਦਲ ਦੀ ਗੱਠ ਰਿਹਾ ਪਾ ਜੋ ਮਰਜ਼ੀ ਕਰਵਾ ਸਕਦੇ ਸੀ, ਜੋ ਕਹਿੰਦੇ ਹੋ ਜਾਣਾ ਸੀ, ਲੇਕਿਨ ਉਦੋਂ ਇਹਨਾਂ ਗੱਲਾਂ ਵਾਲੇ ਪਾਸੇ ਧਿਆਨ ਬਿਲਕੁਲ ਨਹੀਂ ਦਿੱਤਾ ਜੀ। ਦੇਰ ਆਏ ਦਰੁਸਤ ਹੈ। ਅੱਜ ਵੀ ਮੈਂ ਕਹਿੰਦਾ ਵੀ ਦਿਲ ਸਾਫ਼ ਕਰਕੇ, ਕੁਰਸੀਆਂ ਲਾਂਭੇ ਕਰਕੇ, ਪੰਥ ਨੂੰ ਸਮਰਪਿਤ ਹੋ ਕੇ, ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਕੇ ਜੇ ਕੰਮ ਕਰੋਗੇ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਜੀ ਜੀ ਜੀ, ਬਿਲਕੁਲ ਠੀਕ ਹੈ। 400 ਸਾਲ ਪੁਰਾਣੀ ਮਸਜਿਦ ਢਾਹ ਕੇ ਜੇ ਕਿ ਮੰਦਿਰ ਬਣਾਇਆ ਜਾ ਸਕਦਾ ਤੇ ਫਿਰ ਸਾਡਾ ਗਿਆਨ ਗੋਦੜੀ ਗੁਰਦੁਆਰਾ ਸੁਰਜੀਤ ਕਿਉਂ ਨਹੀਂ ਕੀਤਾ? ਬਿਲਕੁਲ ਭੱਟ ਸਾਹਿਬ, ਮਾਫ ਕਰਨਾ ਕਿਸੇ ਵੇਲੇ ਬਹੁਤਾ ਜ਼ਿਆਦਾ ਹੋ ਜਾਂਦਾ। ਮਤਲਬ ਗੱਲ ਇਹ ਆ ਕਿ ਦਾੜਾ ਥੋੜਾ ਜਿਹਾ ਪ੍ਰਕਾਸ਼ ਕੀਤਾ ਹੋਵੇ ਤੇ ਨਾਲ ਲੱਗਾ ਹੋਵੇ ਮਗਰ ਬਰਾੜ, ਰੰਧਾਵਾ, ਗਰੇਵਾਲ, ਸੰਧੂ, ਸਮਥਿੰਗ ਲਾਈਕ ਦੈਟ, ਹੈ ਨਾ,
ਫਿਰ ਇਸ ਮੰਚ ਤੋਂ ਦਿਲਬਾਗ ਸਿੰਘ ਬਰਾੜ, ਸੰਧੂ ਰੰਧਾਵਾ ਜਾਂ ਵਾਟਐਵਰ ਜੋ ਵੀ ਗੱਲ ਕਰਦਾ ਤਾਂ ਫਿਰ ਤੁਸੀਂ ਕੌਮ ਦਾ ਬੜਾ ਵੱਡਾ ਸਿਪਾ ਸਲਾਰ ਤੇ ਬੜੀ ਵੱਡੀ ਗੱਲ ਹਨਾ, ਫਿਰ ਤਾਂ ਅਸੀਂ ਬਹੁਤ ਵੱਡੀ ਗੱਲ ਕਰਨ ਵਾਲਾ ਹੁਣ ਸਾਡਾ ਹੁੰਦਾ ਹੈ। ਹੁਣ ਗੱਲ ਇਹ ਆ ਕਿ ਅੱਜ 2006 ਦੀ ਮੈਨੂੰ ਡੇਟ ਵੀ ਯਾਦ ਆ ਜਦੋਂ ਮੈਂ ਆ ਕੇ ਵਾਪਸ ਇਸ ਗਿਆਨ ਗੋਦੜੀ ਸਾਹਿਬ ਦੇ ਗੁਰਦੁਆਰਾ ਦੀ ਗੱਲ ਕੀਤੀ ਸੀ। ਟਾਵਾਂ ਟਾਵਾਂ ਰੇਡੀਓ ਸੀ ਇੱਥੇ ਓਨਟਾਰੀਓ ਦੇ ਵਿੱਚ, ਨਾਰਥ ਅਮਰੀਕਾ 'ਚ ਟਾਵਾਂ ਟਾਵਾਂ ਰੇਡੀਓ 2 ਘੰਟੇ ਦਾ ਆਪਣੇ ਕੋਲ ਸੀ। ਮੈਂ ਗੱਲ ਕੀਤੀ ਵੀ ਉੱਥੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ, ਗਿਆਨ ਗੋਦੜੀ ਗੁਰਦੁਆਰਾ ਸਾਹਿਬ ਢਾਹ ਕੇ ਜਿਹੜਾ ਗੁਰੂ ਕਾ ਬਾਗ ਆ, ਉਹ ਗੁਰੂ ਕਾ ਬਾਗ ਤਾਂ ਦਿਖਾਈ ਦਿੰਦਾ ਨਹੀਂ ਜਿੱਥੇ ਪੰਡਿਤ ਚਤਰਦਾਸ ਨਾਲ ਗੁਰੂ ਨਾਨਕ ਮਹਾਰਾਜ ਦੀ ਵਿਚਾਰ ਗੋਸ਼ਟੀ ਹੋਈ ਆ। ਬਨਾਰਸ ਦੀ ਗੱਲ ਕਰ ਰਿਹਾ ਮੈਂ ਹਾਂਜੀ। ਜੀ ਜੀ। ਤੇ ਉੱਥੇ ਬਾਗ ਦਾ ਨਾਂ ਤੇ ਹੈ ਨਹੀਂ, ਬਸ ਗੁਰਦੁਆਰਾ ਸਾਹਿਬ ਨੂੰ ਜਾਣ ਵਾਸਤੇ ਛੋਟੀ ਜਿਹੀ ਇੱਕ ਗਲੀ ਆ, ਉਹਦੇ ਨਾਲ ਵੀ ਮਤਲਬ ਬੰਦਾ ਖਹਿ ਕੇ ਲੰਘਦਾ ਤੇ ਅੰਦਰ ਸ੍ਰੀ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਬਚਪਨ ਦੇ ਸਾਰੇ ਜਿਹੜੇ ਨੇ ਉੱਥੇ ਮਤਲਬ ਪਊਏ ਪਏ ਹੋਏ ਨੇ ਜਦੋਂ ਛੋਟੀ ਅਵਸਥਾ ਦੇ ਵਿੱਚ ਸੀ ਹਨਾ, ਉਸ ਵਕਤ ਦਾ ਉਹ ਸਾਰਾ ਇਤਿਹਾਸਕ ਗੁਰਦੁਆਰਾ ਸਾਹਿਬ ਜੇ ਕਿਸੇ ਨੇ ਦਰਸ਼ਨ ਕੀਤੇ ਹੋਣ ਤਾਂ ਸਾਰਾ ਆਸੇ ਪਾਸੇ ਕਬਜ਼ਾ ਕਰ ਲਿਆ। ਤੇ ਜੇ ਉਹਦੀ ਰਜਿਸਟਰੀ ਕਢਾ ਲਓ ਤੇ ਉਹ ਕਿਹਦੇ ਨਾਂ ਤੇ ਬੋਲਦੀ ਆ? ਗੁਰਦੁਆਰਾ ਸਾਹਿਬ ਦੇ ਨਾਂ ਤੇ ਬੋਲਦੀ ਆ। ਹਾਂਜੀ, ਜੇ ਗੱਲਾਂ ਕਰ ਲਾ ਪਈਏ ਫਿਰ ਸਾਡੇ ਤੇ ਤਾਂ ਤਵੇ ਲੱਗ ਜਾਂਦੇ ਵੀ ਚਾਵਲਾ ਜੀ ਤੁਸੀਂ ਬੜੀਆਂ ਗਰਮ ਗੱਲਾਂ ਕਰਦੇ ਹੋ। ਪਰ ਗੱਲ ਇਹ ਆ ਕਿ ਸਾਡੀ ਕੌਮ ਦੇ ਵਿੱਚ ਜਿਹੜੀ ਗੱਲ ਮੈਂ ਕਹਿ ਦਿੰਦਾ ਵੀ ਉਹੀ ਸੰਧੂ ਰੰਧਾਵਾ, ਬਰਾੜ ਤੇ ਬਾਬਾ ਗਰੇਵਾਲ, ਕੌਮ 'ਚ ਭਾਵੇਂ ਤੁਸੀਂ ਜੜ੍ਹਾਂ 'ਚ ਤੇਲ ਦੇਈ ਚੱਲੋ ਪਰ ਆਹ ਲੱਗਣਾ ਤੁਹਾਡੇ ਲਈ ਜ਼ਰੂਰੀ ਆ, ਫਿਰ ਤੁਹਾਡੀ ਗੱਲ ਦੇ ਵਿੱਚ ਦਮ ਹੈ। ਹਾਂਜੀ, ਫਿਰ ਤੁਹਾਡਾ ਥੋੜ੍ਹਾ ਜਿਹਾ ਦਾੜਾ ਪ੍ਰਕਾਸ਼ ਹੋਇਆ ਉੱਤੇ, ਭਾਵੇਂ ਬਨਾਵਟੀ ਪੱਗ ਭਾਵੇਂ ਰਾਤ ਨੂੰ ਲਾ ਕੇ ਰੱਖ ਦਿਓ, ਕਿੱਲੀ ਤੇ ਟੰਗ ਦਿਓ। ਗਾਤਰਾ ਸਾਹਿਬ ਟੰਗਦੇ ਨੇ ਕਈ, ਮਾਫ਼ ਕਰਨਾ ਸਾਰੇ ਨਹੀਂ ਟੰਗਦੇ, ਫਿਰ ਤਾਂ ਤੁਹਾਡੀ ਗੱਲ 'ਚ ਦਮ ਹੈ। ਜਦੋਂ ਆ ਕੇ ਮੈਂ ਇਹ ਗੱਲ ਕੀਤੀ ਸੀ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦੀ ਵੀ 1984 ਉਹਦਾ ਕੀ ਕਸੂਰ ਆ, ਤੇ ਸੱਚ ਜਾਣਿਓ ਬੜੀਆਂ ਮਿਰਚਾਂ ਲੱਗੀਆਂ ਸੀ। ਕੁਝ ਅਖਬਾਰਾਂ ਸਿੱਖਾਂ ਦੇ ਪੁੱਤਾਂ ਦੀਆਂ ਕੱਢੀਆਂ ਜਾਂਦੀਆਂ ਸੀ, ਉਹਨਾਂ ਨੇ ਮੇਰੇ ਖਿਲਾਫ ਵੀ ਲਿਖਿਆ ਸੀ। ਖਿਲਾਫ ਕੀ, ਚਲੋ ਉਹਨਾਂ ਦੀ ਆਪਣੀ ਸੋਚ, ਮੈਂ ਕਹਿੰਦਾ ਚੰਗਾ ਲਿਖਿਆ ਸੀ ਉਹਨਾਂ ਨੇ, ਪਰ ਮੇਰੀ ਗੱਲ ਨੂੰ ਕਹੀ ਹੋਈ ਉਹਨਾਂ ਨੇ ਸਮਾਂ ਕੱਢਿਆ, ਸੁਣਿਆ ਤੇ ਲਿਖਿਆ ਆਪਣੇ ਸੰਪਾਦਕੀ ਪੰਨਿਆਂ ਦੇ ਵਿੱਚ। ਹਾਂਜੀ, ਅੱਗ ਲਾਂਬੂ ਪਤਾ ਨਹੀਂ ਕਈ ਕੁਝ ਇਹੋ ਜਿਹੀਆਂ ਗੱਲਾਂ, ਪਰ ਪਤਾ ਲੱਗ ਜਾਂਦਾ ਸੀ ਕਮਿਊਨਿਟੀ ਨੂੰ ਵੀ ਕਿਹਦੇ ਵਾਸਤੇ ਲਿਖਿਆ। ਉਦੋਂ ਮੈਂ ਕਹਿੰਦਾ ਚੰਦ ਲੋਕ ਖੜਦੇ ਵੀ ਸੀ, ਅੱਜ ਸਾਡੀ ਗਰਕ ਗਏ ਅਸੀਂ, ਇੰਨਾ ਸਾਡਾ ਬੇੜਾ ਗਰਕ ਹੋ ਗਿਆ, ਇੰਨਾ ਸਾਡਾ ਮਤਲਬ ਨਿਗਾਰ ਆ ਗਿਆ ਸੋਸ਼ਲ ਨੈਟਵਰਕ ਮੀਡੀਆ ਨੇ ਸਾਡੇ ਵਿੱਚ, ਜੋ ਕੁਝ ਗੰਦ ਪੰਦ ਅਸੀਂ ਵੇਖ ਕੇ ਆਪਣੀਆਂ ਮਾਨਸਿਕਤਾ ਇੰਨੀਆਂ ਥੱਲੇ ਸੁੱਟ ਲਈਆਂ ਕਿ ਅੱਜ ਤੁਸੀਂ, ਮੈਂ ਸਕਾਲਰ ਨੂੰ ਸ਼ਾਬਾਸ਼ ਦੇਣਾ ਚਾਹੁੰਦਾ, ਕਿੱਥੇ ਜਾ ਕੇ ਗੱਲ ਜੋੜੀ ਉਹਨੇ। ਜੀ ਜੀ ਜੀ। ਵੀ ਤੁਸੀਂ ਮਤਲਬ ਕੱਲ ਦੀ ਗੱਲ ਆ ਵੀ ਉੱਥੇ ਗਿਆਨ ਗੋਦੜੀ ਸਾਹਿਬ ਗੁਰਦੁਆਰਾ ਸਾਹਿਬ ਸੀ, ਦਾਦੂਵਾਲ ਸਾਹਿਬ ਲੈ ਕੇ ਜਾਂਦੇ ਸੀ ਨਾ ਜਥਾ, ਜੀ ਜੀ, ਅੰਦਰ ਨਹੀਂ ਵੜਨ ਦਿੱਤਾ ਜਾਂਦਾ। ਬਿਲਕੁਲ ਜੀ। ਅੱਜ ਵੀ ਗੁਰਚਰਨ ਸਿੰਘ ਬੱਬਰ ਜਿਹੜੇ ਦਿੱਲੀ ਵਾਲੇ ਉਹ ਜਾਂਦੇ ਨੇ ਲੈ ਕੇ, ਜਦੋਂ ਪ੍ਰਕਾਸ਼ ਪੁਰਬ ਹੁੰਦਾ ਵਾ, ਜੋਤੀ ਸਰੂਪ ਹੁੰਦਾ ਵਾ, ਉਹ ਲੈ ਕੇ ਜਾਂਦੇ ਨੇ ਬਕਾਇਦਾ ਤੌਰ ਤੇ। ਜਥਾ ਨਹੀਂ ਜਾਣ ਦਿੰਦੇ ਅਗਲੇ ਪਾਸੇ, ਰਸਤੇ ਫੜ ਲੈਂਦੇ, ਭਾਸ਼ਣ ਦੇ ਸਾਰਾ ਨੂੰ ਸੰਗ ਬਸ ਬਸ ਸਾਡੀ ਕਮੇਟੀ ਵੀ ਜੀ ਮਤਲਬ ਉਹਨਾਂ ਉਹੋ ਜਿਹਾ ਲੋਕਾਂ ਦੀ ਮਤਲਬ ਪਿੱਠ ਥਾਪੜਦੀ, ਉਹੋ ਜਿਹਾ ਲੋਕਾਂ ਨੇ ਸੱਚ ਬੋਲਣ ਵਾਲੇ ਦੇ ਨਾਲ ਬਹੁਤ ਘੱਟ ਖੈਰ ਨਹੀਂ। ਆਪਾਂ ਵਾਪਸ ਮੁੜੀਏ, ਗੱਲ ਬੜੀ ਲੰਬੀ ਚੌੜੀ ਆ। ਗੱਲ ਵੀਰ ਜੀ ਦੀ ਬਹੁਤ ਵਧੀਆ ਕਿ ਤੁਸੀਂ ਦੂਜੇ ਵੱਲ ਉਂਗਲ ਉਠਾਉਂਦੇ ਹੋ, ਇੱਕ 4 ਉਂਗਲਾਂ ਧਾਲੇ ਉੱਠਦੀਆਂ। ਗਿਆਨ ਗੋਦੜੀ ਗੁਰਦੁਆਰਾ ਸਾਹਿਬ ਤੁਸੀਂ ਕਹਿੰਦੇ ਕਿਸੇ ਹੋਰ ਥਾਂ ਤੇ ਬਣਾ ਲਓ। ਇਹ ਗੱਲ ਜਦੋਂ ਮੈਂ ਕਹੀ ਸੀ ਨਾ ਬਾਬਰੀ ਮਸਜਿਦ ਦੇ ਵੇਲੇ ਵੀ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਲਈ ਤੁਸੀਂ ਹੋਰ ਥਾਂ ਦਿੰਦੇ ਹੋ, ਹੋਰ ਥਾਂ ਕਿਉਂ? ਜਿੱਥੇ ਬਣਿਆ ਸੀ ਉਹ ਕਿਉਂ? ਤੁਸੀਂ ਬਾਹਰ ਜਾ ਕੇ ਬਣਾ ਲਓ, ਤੇ ਜਿੱਥੇ ਬਣਿਆ ਸੀ ਉਹ ਕਿਉਂ ਨਹੀਂ? ਉਹ ਤੁਹਾਨੂੰ ਚੂੰਡੀਆਂ ਵੜਦਾ, ਕਿਉਂਕਿ ਉੱਥੇ ਗਿਆਨ ਦੀ ਗੱਲ ਕੀਤੀ ਸੀ। ਉੱਥੇ ਤੁਹਾਨੂੰ ਇਹ ਕਿਹਾ ਗਿਆ ਸੀਗਾ ਵੀ ਅਸੀਂ ਤਾਂ ਮਤਲਬ ਗਿਆਨ ਇਹੀ ਦਿੱਤਾ ਸੀ ਨਾ ਵੀ ਤੁਸੀਂ ਸੂਰਜ ਨੂੰ ਪਾਣੀ ਕਿਵੇਂ ਪਹੁੰਚਾ ਸਕਦੇ ਹੋ। ਅਸੀਂ ਤਾਂ ਇੱਥੋਂ ਕਰਤਾਰਪੁਰ ਨੂੰ ਭਾਵੇਂ ਪਾਣੀ ਪਹੁੰਚਾ ਸਕਦੇ, ਧਰਤੀ ਤੇ ਆ। ਗਿਆਨ ਦੀ ਗੱਲ ਹੀ ਨਾ। ਬਿਲਕੁਲ। ਪਰ ਸ਼ਾਬਾਸ਼ ਉਸ ਵਕਤ ਦੇ ਲੋਕਾਂ ਨੇ ਜਿਹੜੇ ਝੁਕੇ ਸੀ ਉਹਦੇ ਅੱਗੇ, ਉਸ ਵਕਤ ਦੇ ਪੰਡਿਤ ਪੁਰੋਹਿਤ ਵੀ ਝੁਕੇ ਸੀ। ਅੱਜ ਤੁਸੀਂ ਗੱਲ ਕਰਕੇ ਵੇਖੋ ਹਾਂ ਵੀ ਕਿਉਂ ਬਈ 1984 ਦੇ ਵਿੱਚ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਹੋਏ ਗੁਰੂ ਗ੍ਰੰਥ ਸਾਹਿਬ ਦਾ ਕੀ ਸੱਭੇ ਸਾਂਝੀ ਵਾਲਸ ਦਾਇਣ ਕੋਈ ਨਾ ਦਿਸੇ ਬਾਹਰਾ ਜੀਓ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਸਾਡਾ ਹੈ, ਇੱਕ ਪਾਸੇ ਤੁਸੀਂ ਕਹਿੰਦੇ ਮੰਦਿਰਾਂ 'ਚ ਗੁਰੂ ਗ੍ਰੰਥ ਸਾਹਿਬ ਵੀ ਰੱਖਣਾ, ਇੱਕ ਪਾਸੇ ਤੁਹਾਨੂੰ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦੇ ਵਿੱਚ ਗਿਆਨ ਦੀਆਂ ਗੱਲਾਂ ਚੁੱਭਦੀਆਂ। ਸੋ ਇਸ ਕਰਕੇ ਮੈਂ ਬਹੁਤ ਘੱਟ ਮਤਲਬ ਇਸ ਵਿਸ਼ੇ ਦੇ ਉੱਤੇ ਬੋਲਣਾ ਚਾਹੁੰਦਾ ਹੁੰਦਾ, ਕਿਉਂਕਿ ਮੈਨੂੰ ਰੰਜ ਹੈ ਆਪਣਿਆਂ ਦੇ ਨਾਲ।
ਲੋਕਾਂ ਨਾਲ ਸਿੱਧੇ ਰਾਬਤੇ ਕਾਇਮ ਕਰਨ ਲਈ ਕਾਂਗਰਸ ਪੂਰੇ ਦੇਸ਼ ਵਿੱਚ 2 ਅਕਤੂਬਰ ਨੂੰ ਭਾਰਤ ਜੋੜੋ ਯਾਤਰਾ ਕਰੇਗੀ। ਪਹਿਲਾਂ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਮੇਰਾ ਇੱਕ ਸਵਾਲ ਸੀਗਾ ਕਿ ਗਿਆਨ ਗੋਦੜੀ ਗੁਰਦੁਆਰੇ ਦੀ ਜੇ ਪਟੀਸ਼ਨ ਅਸੀਂ ਆਪ ਨਹੀਂ ਫਾਈਲ ਕਰ ਸਕਦੇ? ਇੱਕ ਤਾਂ ਆਪਣਾ ਵਕੀਲ ਜਿਹੜਾ ਹੋਵੇ, ਆਪਣਾ ਸਿੰਘ ਵਕੀਲ ਜਿਹੜਾ ਹੋਵੇ, ਜਿਹੜਾ ਸੁਪਰੀਮ ਕੋਰਟ ਤੱਕ ਜਾ ਸਕਦਾ ਹੋਵੇ, ਉਹਦੇ ਨਾਲ ਰਲ ਕੇ ਤੇ ਅਸੀਂ ਆਪ ਪਟੀਸ਼ਨ ਨਹੀਂ ਪਾ ਸਕਦੇ? ਅਸੀਂ ਕਿਉਂ ਐਸਜੀਪੀਸੀ ਦੀ ਵੇਟ ਕਰਨੇ ਆ? ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ? ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਮੇਰੇ ਖਿਆਲ ਸ਼ਾਇਦ ਮੈਂ ਪੁੱਛੂੰਗਾ ਸ਼ਾਮੀ ਗੁਰਚਰਨ ਸਿੰਘ ਬੱਬਰ ਨੂੰ ਨਾ ਕੇਸ ਪਾਇਆ ਹੋਇਆ ਇਹਦੇ ਬਾਰੇ। ਚਲੋ ਕਰ ਲਾਂਗੇ ਜਦੋਂ ਗੱਲ। ਉਹ ਜਾ ਕੇ ਉੱਥੇ ਗੱਲ ਕਰਦੇ ਆ ਤੇ ਬਕਾਇਦਾ ਤੌਰ ਤੇ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਜਾ ਕੇ ਗੱਲ ਕਰਦੇ, ਸਾਡਾ ਨਿਸ਼ਾਨ ਸਾਹਿਬ ਲਾ ਦੋ, ਤੁਹਾਨੂੰ ਜਗ੍ਹਾ ਬਾਹਰ ਗੁਰਦੁਆਰਾ ਬਣਾ ਲੈਂਦੇ। ਕਿਉਂ ਬਈ? ਬਾਬਾ ਦਾਦੂਵਾਲ ਜਾਂਦਾ ਤਾਂ ਉਹਨੂੰ ਰਸਤੇ 'ਚ ਫੜ ਕੇ ਦੇਰ ਤੇ ਦਿੱਤਾ ਜਾਂਦਾ ਵਾ, ਤੇ ਫਿਰ ਉਹਨੂੰ ਕਹਿ ਕੇ ਬੜਾ ਜ਼ੋਰ ਪਾ ਛੱਡਾ ਜਾਂਦਾ। ਅੱਜ ਦੀ ਡੇਟ ਦੇ ਵਿੱਚ ਬਾਬਾ ਦਾਦੂਵਾਲ ਭਾਵੇਂ ਇਸ ਨੌਮੀ ਕਮੇਟੀ ਸ਼ਾਮਲ ਆ, ਲੇਕਿਨ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰੈਸ ਨੋਟ 'ਚ ਇਹ ਨਹੀਂ ਦੇਖਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਬਿਲਕੁਲ ਲਿਖਿਆ ਉਹਨੇ। ਚਲੋ ਅਸੀਂ ਤੇ ਬੋਲਿਆ, ਲਿਖਿਆ ਵਾ ਸਿੱਖ ਪ੍ਰਚਾਰਕ, ਅਸੀਂ ਤੇ ਲਿਖਿਆ ਨਾ। ਨਹੀਂ ਲਿਖਿਆ, ਉਹਨੇ ਲਿਖਿਆ ਬਿਲਕੁਲ। ਅਸੀਂ ਤੇ ਬੋਲਿਆ ਨਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ। ਜੇ ਤੁਸੀਂ ਇਹੋ ਹੀ ਟਿਕਣੋਬਾਜ਼ੀਆਂ ਕਰਨੀਆਂ ਤੇ ਤੁਸੀਂ ਕਰੋ ਜਾ ਕੇ, ਗਾਂ ਕੀ ਕਰੋਗੇ ਤੁਸੀਂ? ਨਹੀਂ ਤੇ ਦਾਦੂਵਾਲ ਫੇ ਇਸ ਕਰਦਾ ਕਿਉਂ? ਹੁਣ ਕਿਉਂ ਨਹੀਂ ਬੋਲਦਾ? ਸਾਡੇ ਕੋਲ ਤਾਂ ਨੰਬਰ ਸੀ, ਮੈਂ 3-4 ਵਾਰ ਟਰਾਈ ਕੀਤੇ, ਨੰਬਰ ਹੀ ਸਾਰੇ ਬਦਲੇ ਹੋਏ ਇਹਨਾਂ ਦੇ। ਇੱਕ ਤਾਂ ਇੰਡੀਆ 'ਚ ਨੰਬਰ ਬੜੀ ਛੇਤੀ ਬਦਲ ਲੈਂਦੇ ਆ, ਤੇ ਮੈਨੂੰ ਸ਼ੱਕ ਹੁੰਦਾ ਕਿ ਨੰਬਰ ਉਹ ਲੋਕ ਬੋਲ ਦਿੰਦੇ ਜਿਹੜੇ ਗੈਰ ਕਾਨੂੰਨੀ ਧੰਦਾ ਕਰਦੇ ਜਾਂ ਗਲਤ ਕੰਮ ਕਰਦੇ। ਸਾਡਾ ਤੇ 1997 ਤੋਂ ਇਹੀ ਨੰਬਰ ਆ, 6477167167167794 416 716 ਜਿਹੜੀ ਇਹ ਗੱਲ ਕਰਦੇ ਸੀ ਉਸ ਟਾਈਮ ਤੇ ਜਦੋਂ ਕਾਫੀ ਰੌਲਾ ਪਿਆ ਸੀ ਨਾ, ਉਦੋਂ ਉੱਥੇ ਦੇ ਪਾਂਡੇ ਤਿਆਰ ਵੀ ਹੋ ਗਏ ਸੀ। ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਇੱਕ ਸੈਕਟਰੀ ਸੀ ਭੁਪਿੰਦਰ ਸਿੰਘ ਸਰਪੰਚ, ਉਹ ਗਿਆ ਸੀ, ਜਾ ਕੇ ਡੀਐਮ ਨਾਲ ਗੱਲ ਹੋਈ ਸੀ। ਡੀਐਮ ਕਹਿੰਦਾ ਕੋਈ ਨਹੀਂ ਮੈਂ ਮਨਾ ਲੂੰਗਾ, ਤਾਂ ਪਾਂਡੇ ਕਹਿੰਦੇ ਡੀਐਮ ਸਾਹਿਬ ਜੋ ਕਰਨਗੇ ਅਸੀਂ ਕਰ ਲਾਂਗੇ। ਲੇਕਿਨ ਮੁੜ ਕੇ ਕਿਸੇ ਨੂੰ ਕੋਈ ਉੱਤੋਂ ਫੋਨ ਆ ਗਿਆ ਹੋਣਾ, ਭਾਈ ਚੁੱਪ ਕਰਕੇ ਬਹਿ ਜਾਓ, ਬਸ ਕੁਛ ਨਹੀਂ ਕਰਨਾ ਆਪਾਂ। ਕਿਸੇ ਦੇ ਲੋੜਪੁਰ ਤੇ ਅਸੀਂ ਭੁਪਿੰਦਰ ਸਿੰਘ ਨਾਲ ਲਵਾਂਗੇ ਆਪਣੇ, ਦੱਸ ਵੀ ਕੀ ਹੋਇਆ ਸੀ, ਤੂੰ ਗਿਆ ਸੀ ਤੇ ਮੌਕੇ ਜੀ। ਨਹੀਂ ਤੇ ਬਿਹਾਫ ਆਫ ਰੰਗਲਾ ਪੰਜਾਬ ਤੁਸੀਂ ਟੀਵੀ ਤੇ ਉਹਨਾਂ ਦੀ ਇੰਟਰਵਿਊ ਕਰਕੇ ਭੇਜੋ ਸਾਨੂੰ। ਬਿਲਕੁਲ ਕਰਦੇ ਭਾਈ ਸਾਹਿਬ। ਕੀ ਆ ਮਤਲਬ 4 ਸਵਾਸ ਨੇ, ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਣੇ। ਕੁਛ ਨਾ ਕੁਛ ਤੇ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਤਨਖਾਹ ਲੈਂਦੇ ਹੋ, ਜਿਹਦੇ ਨਾਲ ਆਪ ਤੇ ਆਪਦੇ ਬੱਚਿਆਂ ਦਾ ਲੂਣ ਪਾਣੀ ਲਿਆਉਂਦੇ ਹੋ, ਤੇ ਉਸੇ ਨੂੰ ਮੱਥਾ ਟੇਕਦੇ ਹੋ। ਕਿਰਤ ਘਨ ਮੰਦੀ ਹੂੰ ਮੰਦੇ, ਕਿਰਤ ਘਨ ਦੀ ਪਰਿਭਾਸ਼ਾ ਤੁਸੀਂ ਪੜ੍ਹ ਕੇ ਵੇਖੋ, ਉਹਦੇ ਚ ਕੀ ਲਿਖੀ ਆ ਭਾਈ ਗੁਰਦਾਸ ਜੀ ਦੇ ਵਾਰਾਂ ਦੇ ਵਿੱਚ। ਤੇ ਜੇ ਕਿ ਤੁਸੀਂ ਸੱਚੇ ਮਾਨਾਂ ਨੂੰ ਉਹ ਕਿਰਤ ਘਨ ਦੀ ਵਿਆਖਿਆ ਹੀ ਸੁਣੋ ਤੇ ਤੁਸੀਂ ਉਦਾਂ ਹੀ ਮੇਰੇ ਖਿਆਲ ਦੇ ਵਿੱਚ ਨਮੋਸ਼ੀ ਨਾਲ ਹੀ ਮੇਰੇ ਖਿਆਲ 'ਚ ਖਤਮ ਹੋ ਜਾਓਗੇ, ਜਿਹੜੇ ਕੌਮ ਦੇ ਨਾਲ ਧੱਕਾ ਕਮਾਉਂਦੇ ਹੋ। ਚਲੋ ਐਨੀਵੇ ਵਾਪਸ ਆ ਜਾਈਏ। ਇੱਕੋ ਹੀ ਸਵਾਲ ਤੇ ਕੰਮ ਅੜ ਜਾਣਾ। ਲੋਕਾਂ ਨਾਲ ਸਿੱਧੇ ਰਾਬਤੇ ਕਾਇਮ ਕਰ ਲਈ। ਕਿਤੇ ਇੱਕ ਸਵਾਲ ਦੀ ਡਿਸਕਸ਼ਨ ਵਧੀਆ ਹੋ ਜਾਵੇ ਨਾ ਤੇ ਬੜੀ ਉਤਾਰੂ ਹੁੰਦੀ ਹੈ। ਪਾਟੀ ਸਾਹਿਬ ਬਹੁਤ ਕੁਝ ਆ ਬੋਲਣ ਲਈ ਇਸ ਵਿਸ਼ੇ ਤੇ। ਹਾਂਜੀ ਬਹੁਤ ਕੁਝ ਆ। ਆਪਾਂ ਅਗਲੀ ਗੱਲ ਕਰਦੇ, ਆਪਾਂ ਅਗਲੀ ਕਰ ਲਈਏ। ਕਾਂਗਰਸ ਜਿਹੜੀ ਹੁਣ ਕਾਂਗਰਸ ਕਹਿੰਦਾ ਭਾਜਪਾ ਪਾੜੇ ਪਾਉਂਦੀ ਆ, ਕਾਂਗਰਸ ਜੋੜਦੀ ਆ। ਇਹਨੂੰ ਕਿਹਾ ਵੀ ਆਪਣੀ ਦਾਦੀ ਦੇ ਕੀਤੇ ਹੋਏ ਕਾਰਨਾਮੇ ਤੇ ਪੜ੍ਹ ਲਾ, ਤੇਰੇ ਤੇ ਕੋਈ ਕਿੰਤੂ ਪਰੰਤੂ ਨਹੀਂ, ਤੇਰੀ ਪਾਰਟੀ ਦੇ ਕਿੰਤੂ ਪਰੰਤੂ ਆ, ਹਨਾ। ਰਾਹੁਲ ਕਹਿੰਦਾ ਕਾਂਗਰਸ ਜੋੜਦੀ ਹੈ, ਭਾਜਪਾ ਪਾੜਦੀ ਹੈ, ਤੇ ਤੇਰੀ ਦਾਦੀ ਨੇ ਕੀ ਕੀਤਾ ਹੈ ਤੇ ਤੇਰੇ ਪਿਓ ਨੇ ਕੀ ਕੀਤਾ ਹੈ। 3 ਦਿਨ ਦਿੱਲੀ ਦੇ ਵਿੱਚ ਕੀ ਪੂਰੇ ਭਾਰਤ ਵਿੱਚ ਕੋਈ ਕਾਨੂੰਨ ਹੀ ਨਹੀਂ ਸੀ। ਜਦ ਬੜਾ ਪੇੜ ਗਿਰਤਾ ਤੇ ਧਰਤੀ ਹਿਲਤੀ ਹੈ। ਤੁਸੀਂ ਵੋਟਾਂ ਦੀ ਖਾਤਰ ਕੀ ਕੀਤਾ? ਤੁਸੀਂ ਮਸਲਿਆ ਕਿ ਨਹੀਂ ਮਸਲਿਆ? ਤੁਸੀਂ ਵੀ ਮਸਲਿਆ। ਹਾਂਜੀ, ਜਿੱਥੋਂ ਤੱਕ ਇਹਨਾਂ ਦੀ ਹੁਣ ਇੱਥੇ ਸ਼ਿਵਰ ਲਾਇਆ ਜਿੰਨਾ ਉਹਦੇ ਖੁਰ ਦੇ ਵਿੱਚ ਕਾਂਗਰਸ ਨੂੰ ਉਹਦੇ ਕਰਨ ਵਾਸਤੇ, ਉਹਦੇ ਵਿੱਚ ਜਿਹੜੀਆਂ ਗੱਲਾਂ ਨਿਕਲੀਆਂ ਆਪਾਂ ਪਹਿਲਾਂ ਵੀ ਸ਼ਾਇਦ ਵਿਚਾਰ ਕਰ ਚੁੱਕੇ ਹਾਂ ਕਿ ਉਹਨਾਂ ਕਿਹਾ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਦਿੱਤੀ ਜਾਊਗੀ, ਲੇਕਿਨ ਗਾਂਧੀ ਪਰਿਵਾਰ ਚੋਂ ਬਾਹਰ। ਦੂਜੀ ਗੱਲ ਕੀ 50% ਟਿਕਟਾਂ ਜਿਹੜੀਆਂ ਨੌਜਵਾਨ ਦਿੱਤੀਆਂ ਜਾਣਗੀਆਂ, ਚੰਗੀ ਗੱਲ। ਉਹਦੇ ਵਿੱਚ ਨੌਜਵਾਨ ਔਰਤਾਂ ਵੀ ਸਕਦੀਆਂ ਤੇ ਜੈਂਟਸ ਮੁੰਡੇ ਵੀ ਇਹਦੀ ਗੱਲ ਟਿਕਟ। ਅਗਲੀ ਗੱਲ ਉਹਨਾਂ ਕਿਹਾ, ਪਹਿਲੀ ਗੱਲ ਤੇ ਚਾਵਲਾ ਸਾਹਿਬ ਇਸ ਵੇਲੇ ਕਾਂਗਰਸ ਕੋਲ ਬਹੁਤ ਵਧੀਆ ਮੌਕਾ ਸੀ ਲੋਕਾਂ ਕੋਲ ਜਾਣ। ਜੇ ਕਿਤੇ ਇਹ ਜੇਲ੍ਹ ਪਰੋਂ ਅੰਦੋਲਨ ਸ਼ੁਰੂ ਕਰਦੇ, ਮਹਿੰਗਾਈ ਆ,
ਬੇਰੁਜ਼ਗਾਰੀ ਆ, ਫਿਰਕਾ ਪ੍ਰਸਤੀ ਆ, ਸਾਰੇ ਮੁੱਦੇ ਲੈ ਕੇ ਜਿਹੜੇ ਨੇ ਜੇ ਕਿਤੇ ਇਹ ਤੁਰ ਪੈਂਦੇ ਤੇ ਲੋਕੀ ਸਾਥ ਦੇਣ ਲਈ ਤਿਆਰ ਖੜੇ। ਲੇਕਿਨ ਇਹਨਾਂ ਨੂੰ ਪਤਾ ਸੀ ਜੇਲ੍ਹ ਚਲੇ ਗਏ, ਉੱਥੇ ਜੇਲ੍ਹ ਕੱਟਣੀ ਬੜੀ ਔਖੀ ਆ। ਤੁਹਾਨੂੰ ਪਤਾ ਨਾ 2000 ਸਾਲ ਦੇ ਵਿੱਚ ਜਦੋਂ ਇਹਨਾਂ ਦੇ ਅਕਾਲੀਆਂ ਨੇ ਦਿੱਤਾ, ਕਾਂਗਰਸ ਨੇ ਦਿੱਤਾ ਸੀ ਉੱਥੇ ਚਿੱਪੜ ਤੇ ਧਰਨਾ, ਉਸ ਟਾਈਮ ਦੇ ਡੀਸੀ ਨੇ ਕੀ ਕਿਹਾ ਸੀ? ਡੀਸੀ ਦੇ ਸ਼ਬਦ ਇਹ ਸੀ ਕਿ ਇਹ ਲੋਕ ਏਸੀ ਗੱਡੀਆਂ 'ਚ ਰਹਿਣ ਵਾਲੇ ਤੇ ਏਸੀ ਕਮਰਿਆਂ 'ਚ ਰਹਿਣ ਵਾਲੇ ਇਹ ਕੱਖ ਨਹੀਂ ਕਰ ਸਕਦੇ, ਇਹਨਾਂ ਮੰਗ ਪੱਤਰ ਲੈਣ ਦੀ ਲੋੜ ਨਹੀਂ, ਬੀਬੀ ਐਸੀ ਨਹੀਂ ਕਿ ਤੂੰ ਵਾਪਸ ਆ ਜਾ। ਨਾਲ ਪੁੱਛਿਆ ਸੀ ਕਿ ਕਾਮਰੇਡ ਦਾ ਤੇ ਕਾਂਗਰਸ ਦਾ ਲਾਇੰਸ ਹੈਗਾ ਜੀ, ਕਾਮਰੇਡ ਹੈਗੇ ਆ? ਉਹ ਕਹਿੰਦੀ ਨਹੀਂ, ਉਹ ਨਹੀਂ ਹੈਗੇ। ਕਹਿੰਦੀ ਫਿਰ ਕੋਈ ਲੋੜ ਨਹੀਂ, ਉਹ ਬਹਿਸ ਤੋਂ ਪੈਸਾ ਵੀ ਨਹੀਂ ਬਹਿਸ। ਹੁਣ ਇਹਨਾਂ ਨੇ ਕਿਹਾ ਦੇਖੋ ਇੱਕ ਗੱਲ ਤੁਸੀਂ ਮੁੱਕਰ ਨਹੀਂ ਸਕਦੇ, ਆਜ਼ਾਦੀ ਦੀ ਲੜਾਈ ਵੇਲੇ ਭਾਰਤ ਛੋੜੋ ਅੰਦੋਲਨ ਵੀ ਕਾਂਗਰਸ ਸ਼ੁਰੂ ਕੀਤਾ, ਕਾਂਗਰਸ ਉੱਤੇ ਦੇਣ ਹੈਗੀ ਸੀ। ਹੁਣ ਇਹਨਾਂ ਭਾਰਤ ਜੋੜੋ ਨੂੰ ਸ਼ੁਰੂ ਕੀਤੀ ਹੈ ਉੱਥੇ ਪੈਟਰ ਤੇ, ਕਸ਼ਮੀਰ ਤੋਂ ਕੰਨਿਆ ਕੁਮਾਰੀ, ਅਟਾਰੀ ਤੋਂ ਕਲਕੱਤਾ। ਉਹ ਕਹਿੰਦੇ ਇਹ ਮੁਹਿੰਮ ਅਸੀਂ 2 ਅਕਤੂਬਰ ਤੋਂ ਸ਼ੁਰੂ ਕਰਾਂਗੇ। ਚੰਗੀ ਗੱਲ, ਜੇ ਜਾਓਗੇ ਲੋਕਾਂ ਨੂੰ ਕੁਝ ਮਿਲੂਗਾ। ਘਰ ਬੈਠੇ ਟਵਿੱਟਰ ਦੇ ਉੱਤੇ ਜੰਗ ਨਹੀਂ ਲੜੀਆਂ ਅਗਲੇ ਕਰਦੇ ਕਿ ਨਹੀਂ? ਵੇਖੋ ਪਹਿਲਾਂ ਅਯੁੱਧਿਆ ਚ ਮੰਦਰ ਢਾਈ, ਉਦੋਂ ਕਿਹਾ ਸੀ ਜੇ ਤੇ ਝਾਕੀ ਹੈ ਮੱਥਾ ਕਾਚੀ ਬਾਕੀ ਹੈ, ਨਾਲ ਦਿੱਤਾ ਸੀ ਅਗਲੇ ਕਹਿਤਾ, ਉਹਨਾਂ ਅਗਲਾ ਸ਼ੁਰੂ ਕਰਤਾ ਕੰਮ ਆਪਣਾ। ਪਾਟੀ ਸਾਹਿਬ ਸੌਰੀ ਮੈਂ ਇੱਥੇ ਕੈਡ ਕਰ ਦਿਆਂ, ਕਹਿੰਦੇ ਸ਼ਿਵਲਿੰਗ ਮਿਲਿਆ ਬਨਾਰਸ ਵਾਲੀ ਮਸਜਿਦ ਦੇ ਵਿੱਚ। ਤੁਸੀਂ ਪਿੱਛੇ ਜੇ ਯਾਦ ਹੈ ਇੱਕ ਫੋਟੋ ਵੀਡੀਓ ਵਾਇਰਲ ਹੋਈ ਸੀ, ਦਰਬਾਰ ਸਾਹਿਬ ਦੇ ਪਰਿਕਰਮਾ ਦੇ ਬਾਹਰ ਪਰਲੇ ਪਾਸੇ ਇੱਕ ਕਾਰ ਸੇਵਾ ਚੱਲਦੀ ਪਈ ਸੀਗੀ, ਉੱਥੇ ਹੇ ਰਾਮ ਦਾ ਸੱਚਾ ਬਣਾ ਕੇ ਇੱਟਾਂ ਲਾਈਆਂ ਗਈਆਂ ਨੇ। ਜੀ ਜੀ ਜੀ। ਪਰ ਸਾਡੇ ਖਾ ਕੇ ਨਾ ਧੌੜੀ ਦਾ ਪ੍ਰਸ਼ਾਦ ਧੂਤੇ ਤੇ ਸੁੱਤੇ ਰਹੇ ਆ, ਸ਼ਾਇਦ ਇਹਨਾਂ ਲਵਾਈਆਂ ਹੀ ਆਪ ਹੋਣ ਕਹਿ ਕੇ ਕਿਸੇ ਨੇ ਵਿੱਚੋਂ। ਕੱਲ ਨੂੰ ਜਦੋਂ 2 4 10 20 50 ਸਾਲ ਬਾਅਦ ਉੱਥੇ ਜਦੋਂ ਇਹੋ ਜਿਹਾ ਰੌਲਾ ਪੈਣਾ, ਕਿਉਂਕਿ 50 ਸਾਲ ਬਾਅਦ ਜਿਸ ਤਰੀਕੇ ਨਾਲ ਲੱਗੀ ਹੋਈ ਆ ਭਾਈ ਕੁਲਬੀਰ ਸਿੰਘ ਕੌੜਾ ਹੋਣਾ ਦੀ ਗੱਲ, ਸਿੱਖ ਵੀ ਨਿਕਲਿਆ ਗਿਆ। ਆਹ ਗੱਲਾਂ ਨਾ ਵੀ ਅਸੀਂ ਕਰੀਏ ਨਾ ਤੇ ਸਰਦਾ ਸਾਡਾ, ਪਰ ਅਸੀਂ ਇਹਨਾਂ ਨੂੰ ਮਰੇ ਹੋਏ ਨਹੀਂ ਗੇ, ਜੀਂਦੇ ਅੰਦਰੋਂ। ਨਾਨਕ ਦੇ ਸਿੱਖਾਂ ਤਾਂ ਜੀਂਦੇ ਆ, ਕਾਲੀ ਫੂਲਾ ਸਿੰਘ ਵਰਗੇ ਕਾਲੀ ਤਾਂ ਗੱਲ ਕਰਦੇ ਆ। ਇਹ ਅਸੀਂ ਉਸ ਸੱਚੇ ਦੇ ਨਾਲ ਸਾਨੂੰ ਕੋਈ ਨਹੀਂ, ਉਹ ਇੱਟ ਕਿਉਂ ਲਾਈ ਗਈ ਉੱਥੇ 50 ਸਾਲ ਬਾਅਦ? ਜਦ ਤੱਕ ਅੱਧੀ ਕਪੀੜੀ ਸਾਡੀ ਬਾਹਰ, ਉਹ ਪਚਰੀਸਾ ਰਾਜ ਲਿਖਿਆ ਨਾ ਉਹਨੇ ਮੁੰਡੇ ਨੇ, ਬਹੁਤ ਸੋਹਣੀ ਮਤਲਬ ਸਟੋਰੀ ਪੜ੍ਹੀ ਹੋਣੀ ਸ਼ਾਇਦ ਤੁਸੀਂ। ਇਹ ਉਹ ਹੋਣਾ ਵਾ, ਖੁਦਾਈ ਕਰੋ ਜੀ, ਬਾਹਰੋਂ ਕਰ ਲਓ ਜੀ, ਅੰਦਰੋਂ ਨਹੀਂ ਕਰਨਾ, ਬਾਹਰੋਂ ਕਰ ਲਓ। ਬਾਹਰੋਂ ਕਰਨ 'ਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ। ਆਹ ਦੇਖੋ ਜੀ, ਆਹ ਸ਼ੁਰੂਆਤ ਆ, ਇੱਥੋਂ ਅੱਗੇ ਜਾ ਲਓ, ਇਹ ਤਾਂ ਵਿਸ਼ਨੂੰ ਮੰਦਿਰ ਹੀ ਆ। ਰਾਮਲਾ ਸਾਹਿਬ ਇਹ ਤੇ ਗੱਲਾਂ ਸਿਰਫ ਅਸੀਂ ਬਾਹਰ ਇੱਕ ਅੰਦਰ ਰੱਖਦੇ, ਇਤਿਹਾਸ ਗਵਾਹ ਵਾ 1905 ਤੋਂ ਪਹਿਲਾਂ ਪਰਿਕਰਮਾ ਦੇ ਘੇਰੇ ਅੰਦਰ ਵਾਲੇ ਪਾਸੇ ਮੰਦਿਰ ਸੀ, ਕਿਹਨੂੰ ਨਹੀਂ ਪਤਾ ਸੀ। ਇਹ ਤੇ ਅਸੀਂ ਇੱਕ ਰੂਪ ਸਿੰਘ ਨੇ ਸਰੋਪਾ ਦੇਤਾ, ਇੱਥੇ ਰੋਜ਼ ਸਰਪ ਜਾਂਦੇ, ਅਸੀਂ ਉਹਦੇ ਗਲ ਪਈ ਜਾਂਦੇ ਸਰੋਪਾ ਵਿੱਚ ਤਾਂ ਡਾਇਰ ਨੂੰ, ਡਾਇਰ ਨੂੰ। ਇਹ ਉਹਦੀ ਬਦੌਲਤ ਸੀ, ਪ੍ਰਿੰਸੀਪਲ ਵਾਦਨ ਤੇ ਇਹਨਾਂ ਦੀ ਬਦੌਲਤ ਸੀਗਾ ਰੂਪ ਸਿੰਘ ਦੀ, ਜਿਹਨੇ ਉਦੋਂ 1905 ਚ ਭੁਚਾਲ ਆਇਆ ਸੀ। ਉਹਨੇ ਕਿਹਾ ਜੀ ਠੀਕ ਠੂਕ ਕਰਨਾ, ਤੇ ਪਰਿਕਰਮਾ ਉਖੜ ਗਈ ਹੈ, ਤੁਸੀਂ ਬਾਹਰ ਲੈ ਜਾਓ ਮੂਰਤੀਆਂ, ਫਿਰ ਲਾਇਓ। ਸਰਕਾਰ ਨਾਲ ਮਿਲ ਕੇ, ਸਤਿਕਾਰ ਜੀ ਡੀਸੀ ਨਾਲ ਮਿਲ ਕੇ ਇਹਨਾਂ ਨੇ ਇੰਨੀ ਗੱਲ ਕਹੀ ਸੀ ਵੀ ਚਲੋ ਠੀਕ ਸੀ, ਬਾਹਰ ਲੈ ਜਾਂਦੇ ਤੇ ਠੀਕ ਕਰੋ, ਫਿਰ ਆ ਜਾਏਗਾ। ਮੁੜ ਕੇ ਕਿੱਥੇ ਅੰਦਰ ਲਾ ਲਈ, ਜੇ ਸਾਡਾ ਹੈਗਾ ਤੇ ਗੁਰਦੁਆਰਾ ਸਾਡਾ। ਉਦੋਂ ਫਿਰ 1908 ਦੇ ਵਿੱਚ ਬਕਾਇਦਾ ਤੌਰ ਤੇ ਜਗ੍ਹਾ ਦਿੱਤੀ ਗਈ ਸੀ ਇਹਨਾਂ ਨੂੰ, ਜਿਹੜੀ ਉਹ ਦੁਰਗਿਆਨਾ ਮੰਦਿਰ ਬਣਿਆ ਤੇ 10 ਤੱਕ ਮੰਦਿਰ ਬਣਿਆ ਸੀ। ਤੇ ਅੱਜ ਤੁਸੀਂ ਟੂਰਿਸਟ ਜਰੀ ਲੈ ਲਓ ਤੇ ਉਹ ਕਹਿੰਦੇ ਜੀ ਜਿਹੜਾ ਹਰਮੰਦਰ ਉਹ ਪੁਰਾਣਾ ਵਾ, ਦੁਰਗਿਆਨਾ ਮੰਦਿਰ ਪਹਿਲਾਂ ਬਣਿਆ। ਇਸ ਕਰਕੇ ਤੇ ਬਾਹਰ ਰੱਖ ਕੇ ਕੱਕੜ ਤੇ ਬੜੀ ਛੋਟੀ ਗੱਲ ਆ। ਇਹ ਤਾਂ ਇਤਿਹਾਸ 'ਚ ਕੋਈ ਗੱਲ ਹੀ ਨਹੀਂ ਹੈਗੀ, ਸਭ ਕੁਝ ਲਿਖਿਆ ਹੈਗਾ ਵੀ ਵਾਕਿਆ ਉਹ ਮੰਦਿਰ ਹੁੰਦੇ ਸੀ, ਕਹਿ ਸਕਦੇ ਆ ਸਾਡੇ ਮੰਦਿਰ ਸੀ। ਉਹ ਅੱਜ ਵੀ ਕਹਿੰਦੇ ਆ ਵੀ ਜਿਹੜੀ ਵਿਸ਼ਨੂੰ ਤੇ ਪਾਰਵਤੀ ਜਾ ਰਹੇ ਸੀਗੇ, ਜਦੋਂ ਗੁਰੂ ਸਾਹਿਬ ਨੇ ਨੀਂਹ ਪੱਥਰ ਰੱਖਣ ਲੱਗੇ, 2 ਘੋੜੇ ਇਕੱਠੇ ਹੋਏ ਸੀਗੇ, ਜਾ ਰਹੇ ਸੀ, ਤਾਂ ਉਦੋਂ ਵਿਸ਼ਨੂੰ ਨੇ ਕਿੰਨੀ ਗੱਲ ਕਹਿਤੀ। ਪਾਰਵਤੀ ਪੁੱਛਿਆ ਵੀ ਕਿ ਮਹਾਰਾਜ ਜੀ ਕੀ ਕਰ ਰਹੇ ਥੱਲੇ? ਉਹ ਕਹਿੰਦੇ ਇਹ ਮੇਰਾ ਮੰਦਿਰ ਉਸਾਰ ਰਹੇ, ਨੀਂਹ ਪੱਥਰ ਰੱਖ ਕੇ, ਕੋਈ ਗੱਲ ਸਮਾਂ ਤੇ ਇੱਥੇ ਰਹੂਗਾ। ਮੇਰਾ ਕਹਿਣ ਤੋਂ ਭਾਵ ਇਹ ਗੱਲਾਂ ਜਿਹੜੀਆਂ ਕਹਿਣ ਦੀ ਜੋ ਮਰਜ਼ੀ ਕਹੀ ਜਾਓ, ਜੇ ਆਪਾਂ ਅੱਜ ਦੀ ਗੱਲ ਕਰ ਲਈਏ, ਅੱਜ ਵੀ ਘੇਰੇ ਮੰਦਿਰ ਹੈਗੇ ਸਾਰੇ ਬਣਾਏ ਨੇ ਮੰਦਿਰ। ਬਾਦਲ ਸਰਕਾਰ ਦੇ ਵੇਲੇ ਮੰਦਿਰ ਬਣਿਆ ਸੀ ਉੱਥੇ ਬਾਹਰਲੇ ਪਾਸੇ, ਲੋਕਾਂ ਨੂੰ ਗਿਆ ਸੀ ਸਿੱਖ, ਉਹਨੂੰ ਫਰਕ ਅੰਦਰ ਦਿੱਤਾ ਸੀ ਇਹਨਾਂ ਨੇ, ਬਣ ਲੈਂਦੇ ਜੀ ਕੋਈ ਗੱਲ। ਇਸ ਕਰਕੇ ਇਹ ਤੇ ਬੜੀ ਛੋਟੀ ਗੱਲ ਜਿਹੜੀ ਰਾਮ ਦੀ ਇੱਕ ਰੱਖਣੀ, ਇੱਥੇ ਤਾਂ ਬੜਾ ਕੁਛ ਹੋ ਰਿਹਾ, ਛੱਡੋ ਕਿਸੇ ਗੱਲ ਨੂੰ। ਜੇਕਰ ਮੈਂ ਸੋਚਦਾ ਕਿ ਅੱਜ ਕੱਲ੍ਹ ਸਿੱਖ ਕਾਫੀ ਅਵੇਅਰ ਹੈਗੇ ਆ, ਉਹ ਛੇਤੀ ਕੀਤਾ ਜਿਹੜੀ ਉਹ ਲਾਗੇ ਫਟਕਣ ਨਹੀਂ ਦੇਣਗੇ ਕਿਸੇ ਨੂੰ, ਕਿਉਂਕਿ ਥੋੜੀ ਅਜੇ ਵੀ ਜਿਹੜੀ ਗਿਆਨੀ ਜੋਗਿੰਦਰ ਸਿੰਘ ਵਿਦਾਰਤੀ ਨੇ ਗੱਲ ਕਹੀ ਸੀ ਨਾ
ਕਿ ਸਿੱਖਾਂ 'ਚ ਸਿਰ ਦੇਣ ਵਾਲੇ ਤੇ ਲੈਣ ਵਾਲੇ ਦੀ ਅਜੇ ਵੀ ਕਮੀ ਨਹੀਂ ਹੈਗੀ, ਹੈਗੇ ਨੇ ਅਜੇ ਅਜੇ ਤਾਂ ਹੈਗੇ ਨੇ। ਚਲੋ ਹੁਣ ਆਪਾਂ ਗੱਲ ਕਰਦੇ ਜੀ ਭਾਰਤ ਜੋੜੋ ਦੀ। ਹੁਣ ਇਹਨਾਂ ਨੇ ਇੰਨੀ ਗੱਲ ਕਹੀ ਜੀ, ਅਸੀਂ ਬਕਾਇਦਾ ਤੌਰ ਤੇ ਕਸ਼ਮੀਰ ਤੋਂ ਕੰਨਿਆਕੁਮਾਰੀ, ਅਟਾਰੀ ਤੋਂ ਕਲਕੱਤਾ ਲੈ ਕੇ ਅਸੀਂ ਇਹ ਜਿਹੜਾ ਸੀ 2 ਅਕਤੂਬਰ ਤੋਂ ਅਸੀਂ ਯਾਤਰਾ ਸ਼ੁਰੂ ਕੀਤੀ। ਤੇ ਜੇ ਉਹਨੂੰ ਜੋੜ ਕੇ ਵੇਖਿਆ ਜਾਵੇ, ਭਾਰਤ ਛੋੜੋ ਅੰਦੋਲਨ ਵੀ ਨਾ ਸ਼ੁਰੂ ਕੀਤਾ ਤੇ ਭਾਰਤ ਜੋੜੋ ਅੰਦੋਲਨ ਵੀ ਸ਼ੁਰੂ ਕੀਤਾ ਸੀ। ਇਹਦੇ ਵਿੱਚ ਗੇਨ ਕਰਨਗੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜੇ ਜੇਲ੍ਹ ਤੋਂ ਅੰਦੋਲਨ ਸ਼ੁਰੂ ਕਰ ਦਿੰਦੇ ਤੇ ਬਹੁਤ ਸਾਰੇ ਲੋਕ ਇਹਨਾਂ ਨਾਲ ਆਪੇ ਰਲ ਜਾਣੇ ਸੀ। ਹੋਇਆ ਕੀ ਚਾਵਲਾ ਸਾਹਿਬ, ਕਰਨਾਟਕਾ ਦੇ ਵਿੱਚ ਇੱਕ ਭਰਤੀ ਸੀ ਪੁਲਿਸ, ਉਹਦੇ ਵਿੱਚ ਹੇਰਾਫੇਰੀ ਹੋਈ। ਉਹਨਾਂ ਨੌਜਵਾਨਾਂ ਦੇ ਜਿਹੜੇ ਚੰਗੇ ਪੜ੍ਹੇ ਲਿਖੇ ਮੁੰਡੇ ਸੀ, ਜਿਹਨਾਂ ਨੂੰ ਦਰਕਨਾਰ ਕਰਕੇ ਨਲਾਇਕਾਂ ਨੂੰ ਅੱਗੇ ਲਿਆਂਦਾ ਗਿਆ, ਉਹਨਾਂ ਆਪਣੇ ਖੂਨ ਨਾਲ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਚਿੱਠੀ ਲਿਖ ਕੇ ਕੀ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਇੱਥੇ ਬਿਲਕੁਲ ਹੇਰਾਫੇਰੀ ਹੋਈ ਆ, ਸਾਨੂੰ ਨੌਕਰੀ ਨਹੀਂ ਮਿਲ ਰਹੀ। ਜੇ ਸਾਨੂੰ ਨੌਕਰੀ ਨਹੀਂ ਮਿਲੀ ਤੇ ਸਾਡੀ ਤੇ ਜਿਹੜਾ ਅੱਤਵਾਦੀ ਬਣ ਤੋਂ ਸਹੀ ਰਸਤਾ ਬਾਕੀ ਰਹਿ ਨਹੀਂ ਆ, ਮਰਨਾ ਵਾ, ਤੁਹਾਡੀ ਗੋਲੀ ਖਾ ਕੇ ਮਰਾਂਗੇ, ਭੁੱਖ ਮਰੀਏ ਅਸੀਂ। ਮਤਲਬ ਇਹੋ ਜਿਹੇ ਲੋਕ ਜਿਹੜੇ ਸੀ, ਜੇ ਕਿਤੇ ਜੇਲ੍ਹ ਕੋਲੋਂ ਅੰਦੋਲਨ ਸ਼ੁਰੂ ਕਰਦੇ ਤੇ ਇਹ ਲੋਕ ਇਹਨਾਂ ਦੀ ਪਹਿਲੀ ਕਿਤਾਬ ਹਰਿਆ ਲੈਣ ਜੀ। ਪੰਜਾਬ 'ਚ ਕੱਲ ਕੀ ਹੋਇਆ ਜੀ, ਪੰਜਾਬ ਵਿੱਚ ਬਕਾਇਦਾ ਤੌਰ ਤੇ ਬੇਰੁਜ਼ਗਾਰ ਜਿਹੜੇ ਮੁੰਡੇ ਭਰਤੀ ਹੋਏ ਸੀ ਆਰਮੀ ਦੇ ਵਿੱਚ, 8 ਵਾਰੀ ਨੋਟਿਸ ਰੱਦ ਕੀਤਾ। ਜਾ ਕੇ ਡਿਫੈਂਸ ਮਿਨਿਸਟਰ ਨੂੰ ਮਿਲੇ, ਉਹਨੇ ਕਿਹਾ ਤੁਹਾਡੇ ਮਸਲੇ ਹੱਲ ਕਰਾਂਗੇ, ਮਸਲਾ ਹੱਲ ਨਹੀਂ ਕੀਤਾ ਅਜੇ ਤੱਕ। ਕਿਹਾ ਗਿਆ ਵੀ ਪੰਜਾਬ 'ਚ ਭਰਤੀ ਜਿਹੜੀ ਉਹ ਘੱਟ ਤੋਂ ਘੱਟ ਕਰਨੀ। ਉਹਨਾਂ ਨੇ ਕੱਲ ਇੱਕ ਟੂਰ ਪ੍ਰੋਜੈਕਟ ਬੰਦ ਕਰ ਦਿੱਤਾ ਤੇ ਕਹਿਤਾ ਜਾਂ ਭਰਤੀ ਕਰੋ, ਜਿਹੜੀ ਨੋਟੀਫਿਕੇਸ਼ਨ ਕੀਤਾ ਉਹਨੂੰ ਜਿਹੜੇ ਅਸੀਂ ਫਿਰ ਸੁਰਜੀਤ ਕਰੋ, ਨਹੀਂ ਤੇ ਅਸੀਂ ਬੈਠੇ ਸਾਰੇ ਪੰਜਾਬ ਦੇ ਕੋਲ ਬੰਦ ਕਰ ਦੇਂਗੇ ਜੀ। ਇਹ ਲੋਕ ਵੀ ਨਾਲ ਰਲਣੇ ਮਿਲ ਕੇ ਉਹਨਾਂ ਦੇ ਭਾਈ, ਅਸੀਂ ਵੀ ਤਿਆਰ, ਅਸੀਂ ਭੁੱਖੇ ਮਰਨਾ, ਜੇਲ੍ਹ ਰੋਟੀ ਦੀ ਮਿਲੂ ਘੱਟੋ ਘੱਟ ਜਾਣ। ਇਸ ਕਰਕੇ ਇਹਨਾਂ ਇਹ ਕੰਮ ਸ਼ੁਰੂ ਕੀਤਾ, ਦੇਰ ਕੀਤਾ, ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀ ਜੀ। ਅੱਛਾ, ਕਾਫੀ ਕੁ ਸਵਾਲ ਨੇ, ਸਵੇਰੇ ਕਰਾਂਗੇ 2-4 ਸਵਾਲ। ਪਰ ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰਤੀ ਸਿੰਘ ਮਗਰ ਸਿੰਘ ਲਾਉਂਦੀ ਆ ਆਪਣੇ, ਹਾਂਜੀ, ਇਹ ਜਿੱਥੇ ਰਹਿੰਦੀ ਰਹੀ ਆ ਉਹਦਾ ਵੀ ਆਪਾਂ ਨੂੰ ਏਰੀਆ ਦਾ ਵੀ ਪਤਾ ਵਾ, ਹਾਂਜੀ, ਜੋ ਹਾਲਾਤ ਸੀ ਇਹਦੇ ਉਹ ਵੀ ਪਤਾ ਆ, ਹਾਂਜੀ। ਆਪਣਾ ਇਹਨੇ ਘਰ ਮੇਖਾ 'ਚ ਪੁਰਾਣਾ ਵੇਚ ਦਿੱਤਾ ਖਰੇ, ਹਨਾ, ਨਵਾਂ ਲਿਆ। ਕਮੇਡੀਅਨ ਭਾਰਤੀ ਸਿੰਘ ਮਾਫੀ ਮੰਗ ਲੈਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਨੇ ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ, ਪਰ ਜੋ ਇਹਨੇ ਬੋਲਿਆ ਤੇ ਜਿਸ ਤਰੀਕੇ ਨਾਲ ਇਹਨੇ ਸਪਸ਼ਟੀਕਰਨ ਦਿੱਤਾ ਕਿ ਮੈਂ ਇੱਕ ਮਜ਼ਹਬ ਦੇ ਖਿਲਾਫ ਨਹੀਂ, ਇਹਨੂੰ ਕਹੇ ਵੀ ਲੰਬਾ ਦਾੜਾ ਕਿਹਦਾ ਪ੍ਰਕਾਸ਼ ਹੁੰਦਾ, ਬੀਬੀ ਨੂੰ ਸਵਾਲ ਦਾ ਜਵਾਬ ਪੁੱਛੇ। ਮੇਰੀਆਂ ਸਹੇਲੀਆਂ, ਹਾਂਜੀ, ਦੁੱਧ ਪੀਓ ਤੇ ਐਂ ਕਰੋ ਸੇਵਈਆਂ, ਜੋ ਕੁਝ ਇਹਨੇ ਬਕੜਵਾ ਕੀਤੀ ਹੈ, ਬਕਵਾਸ ਕੀਤੀ ਹੈ, ਸਪਸ਼ਟੀਕਰਨ ਦੇ ਰਹੀ ਹੈ ਕਿ ਮੈਂ ਇਹ ਮਤਲਬ ਮਾਫੀ ਮੰਗਦੀ ਹਾਂ। ਦਿਮਾਗ ਖਰਾਬ ਹੋ ਜਾਂਦਾ। ਭੰਡ ਲੋਕ ਜਿਹੜੇ ਹੁੰਦੇ ਨਾ, ਜਿਨ੍ਹਾਂ ਨੂੰ ਆਪਾਂ ਉੱਥੇ ਕੀ ਕਹੀਏ ਹੁਣ, ਮੀਰਜ਼ਾਦੇ, ਹਨਾ, ਉਹ ਲੋਕਾਂ ਨੂੰ ਹਸਾਉਂਦੇ ਹੁੰਦੇ ਸੀ ਤੇ ਉਹ ਵੀ ਕਿਸੇ ਦਾਇਰੇ 'ਚ ਰਹਿ ਕੇ, ਹਨਾ, ਵਿਆਹ ਸ਼ਾਦੀਆਂ ਦੇ ਮੌਕੇ ਤੇ। ਇਹਨਾਂ ਦੀਆਂ ਜਿਹੜੀਆਂ ਨਾ ਬਰਾਸ਼ਾਂ ਇੰਨੀਆਂ ਕਿ ਖੁੱਲ ਗਈਆਂ ਕਿ ਹੁਣ ਮਾਫੀ ਮੰਗਦੀ ਫਿਰਦੀ ਆ। ਪਰ ਇਹਨੂੰ ਪੁੱਛੇ ਵੀ ਤੇਰੇ ਕਿੰਨੇ ਕੁ ਮੌਲਵੀ ਦੀਆਂ ਘਰ ਵਾਲੀਆਂ ਜਿਹੜੀਆਂ ਫਰੈਂਡ ਨੇ, ਜਿਹੜੀਆਂ ਦਾੜੀਆਂ ਪ੍ਰਕਾਸ਼ ਕਰਕੇ ਰੱਖਦੇ ਨੇ ਤੇ ਮੁੱਛਾਂ ਰੱਖਦੇ ਨੇ। ਗੱਲ ਕਰ, ਮੌਲਵੀ ਜਿਹੜਾ ਅਸਲੀ ਮੌਲਵੀ ਤੇ ਮੁੱਛਾਂ ਰੱਖਦਾ ਹੀ ਨਹੀਂ, ਦਾੜਾ ਰੱਖਦਾ। ਉਹ ਵੀ ਉਹਨੂੰ ਕੀ ਕਹਿੰਦੇ ਮੈਨੂੰ ਯਾਦ ਨਹੀਂ। ਤੇ ਤੂੰ ਦਾੜੀ ਤੇ ਮੁੱਛਾਂ ਦੀ ਗੱਲ ਕਰਦੀ ਹੈ ਤੇ ਫੇਰ ਕਹਿੰਦੀ ਕਿ ਦਾੜੀ ਮੁੱਛਾਂ ਮੈਂ ਕਿਸੇ ਕੌਮ ਨੂੰ ਨਹੀਂ ਕਿਹਾ। ਭੋਲੀ ਨਾ ਬਣ, ਸਹੀ ਲਫ਼ਜ਼ਾਂ ਦੇ ਵਿੱਚ ਨਿਮਰਤਾ ਦੇ ਨਾਲ ਜੇਕਰ ਤੇ ਮਾਫੀ ਮੰਗ ਲੇਂਗੀ ਤੇ ਫੇਰ ਤਾਂ ਤੈਨੂੰ ਮਿਲ ਜੂਗੀ, ਤੇ ਜੇ ਆਕੜ ਨਾ ਕਰੇਂਗੀ ਤੇ ਫੇਰ ਸਿਰ ਫੇਰੇ ਬੜੇ ਨੇ, ਆਂਡੇ ਉਂਡੇ ਵੀ ਵੱਜ ਜਾਂਦੇ ਹੁੰਦੇ ਆ। ਹਾਂਜੀ, ਜਿਹੜੀ ਗੱਲ ਕਰਦੇ ਹੋ ਜੀ ਭਾਰਤੀ ਸਿੰਘ ਜੀ, ਪਹਿਲਾਂ ਇੱਕ ਗੱਲ ਸਪਸ਼ਟ ਕਰਦੇ ਆ ਜੀ, ਅਸੀਂ ਕਿਹਾ ਜੀ ਕੰਗਣਾ ਰਣੌਤ, ਉਹ ਬਾਅਦ ਵਿੱਚ ਸਪਸ਼ਟੀਕਰਨ ਕਿ ਉਹ ਕੰਗਣਾ ਸ਼ਰਮਾ ਹੈਗੀ, ਸੇਮ ਕੁੜੀ, ਸੇਮ। ਹਾਂ, ਕੰਗਣਾ ਸ਼ਰਮਾ, ਹਾਂਜੀ, ਉਹ ਵੀ ਐਕਟਰੈਸ, ਉਹ ਕੰਗਣਾ ਸ਼ਰਮਾ ਵਾ, ਹਾਂਜੀ ਹਾਂਜੀ, ਕੰਗਣਾ ਰਣੌਤ। ਹੁਣ ਭਾਰਤੀ ਸਿੰਘ ਦੀ ਗੱਲ ਕਰਦੇ ਜੀ, ਵੇਖੋ ਕੰਗਣਾ ਰਣੌਤ ਨੂੰ ਮਾਫੀ ਮੰਗਣੀ ਪਈ। ਇੱਕ ਜਿਹੜੀ ਬੀਬੀ ਆਈ ਸੀ ਉਹ ਗੁਰੂਗ੍ਰਾਮ ਤੋਂ, ਜਿਹੜੀ ਬੜੀ ਰੌਲਾ ਪਾਉਂਦੀ ਸੀ, ਆ ਕਰਦੇ, ਉਹਨੇ ਉਦੋਂ ਵੀ ਸਿੱਖਾਂ ਨੇ ਫਿਰ ਕਹਿਤਾ ਸੀ, ਮੁੰਡਿਆਂ ਨੇ, ਉਹਨਾਂ ਦੀ ਬੀਬੀ ਨੇ ਕਹਿਤਾ, ਇੱਕ ਨੇ, ਉਹ ਨਾ ਭੁੱਲ ਗਿਆ ਮੈਨੂੰ, ਉਹਨੂੰ ਕਿਹਾ ਸੀ, ਉਹਦੀ ਹਿੰਦੂਆਂ ਦੀ ਕੁੜੀ ਸੀ ਉੱਥੇ, ਉਹਨੇ ਕਹਿੰਦਾ ਬੀਬੀ ਜੇ ਹਿੰਮਤ ਬਾਹਰ ਦੇਖੋ ਕਰੋ, ਇਹਨੂੰ ਦੱਸੀ ਕਿਸਾਨ ਮੋਰਚਾ ਕੀ ਹੁੰਦਾ। ਬਿਲਕੁਲ ਬਿਲਕੁਲ, ਉਹਨੂੰ ਮਾਫੀ ਮੰਗਣੀ ਪਈ ਸੀ। ਹੁਣ ਇਹ ਮਾਫੀ ਮੰਗਦੀ ਹੱਥ ਜੋੜ ਕੇ, ਮੈਨੂੰ ਮਾਫੀ ਦਿੱਤੀ ਜਾਵੇ। ਤੇ ਮੈਂ ਤਾਂ ਸੋਚਦਾ ਵੀ ਜੇ ਮਾਫੀ ਮੰਗਦੀ ਹੈ ਤੇ ਗਲਤੀ ਕੀਤੀ, ਉਹ ਕਹਿੰਦੀ ਮੇਰੇ ਤੋਂ ਗਲਤੀ ਹੋਈ, ਤੇ ਬਾਕੀ ਤੇ ਕੁਝ ਰਹਿ ਨਹੀਂ ਜਾਂਦਾ। ਨਾ, ਗਲਤੀ ਮੰਗਦੀ ਨਹੀਂ ਨਾ, ਕਹਿੰਦੀ ਕਿ ਮੈਂ ਤੁਹਾਨੂੰ ਨਹੀਂ ਟਾਰਗੇਟ ਕੀਤਾ। ਇਹਨੂੰ ਕਹ ਦਾੜੀ ਮੁੱਛਾਂ ਰੱਖਣ ਵਾਲਾ ਕਿਹੜਾ ਵਾ ਜਿਹੜਾ ਦਾੜਾ ਪ੍ਰਕਾਸ਼ ਹੋਇਆ ਵੇ, ਇੱਥੋਂ ਤੱਕ ਤੂੰ ਹੱਥ ਮਾਰਦੀ ਹੈ।
ਇੱਥੋਂ ਤੱਕ ਤੂੰ ਹੱਥ ਮਾਰਦੀ ਤੇ ਨਾਲ ਮੁੱਛਾਂ ਰੱਖਦੇ ਆ। ਕਿਹੜਾ ਮੌਲਵੀ ਮੁੱਛਾਂ ਰੱਖਦਾ ਮੈਨੂੰ ਦੱਸ। ਸਵਾਲ ਕਰੋ ਪੁਆਇੰਟ ਦੇ ਆਧਾਰ ਨਾਲ। ਮਾਫੀ ਮੰਗਣੀ ਆ ਬੰਦਿਆਂ ਵਾਂਗੂ ਮੰਗੇ, ਚਲਾਕੀ ਨਾ ਕਰੇ। ਚਲੋ ਮਾਫੀ ਮੰਗਣੀ ਪੈਣੀ ਹੈ ਜੀ, ਜੋ ਐਸਜੀਪੀਸੀ ਨੇ ਦਰਖਾਸਤ ਦਿੱਤੀ ਕਮਿਸ਼ਨਰ ਨੂੰ। ਤੇ ਜੇ ਅੱਜ ਕੱਲ ਹਿੰਦੂ ਭਾਈਚਾਰੇ ਦੇ ਮੁੰਡੇ ਮੁੱਛਾਂ ਰੱਖਦੇ ਨੇ ਤੇ ਦਾੜੀ ਰੱਖਦੇ ਨੇ, ਉਹ ਇੱਥੋਂ ਤੱਕ ਨਹੀਂ ਰੱਖਦੇ ਪੱਟੀ ਸਾਹਿਬ। ਨਹੀਂ ਵੇਖੋ ਜਿਹੜੇ ਇਹਨਾਂ ਦੇ ਹੈਗੇ ਨਾ ਪੁਜਾਰੀ ਲੋਕ, ਹਾਂ ਉਹਨਾਂ ਤੇ ਸਾਰੇ ਦੇ ਵੇਖੋ ਦਾੜੀਆਂ ਤੇ ਫਿਰ ਉਹਨੂੰ ਕਹਾਂ ਵੀ ਠੀਕ ਆ ਪੁਜਾਰੀ ਰੱਖਦੇ ਹੋਣਗੇ, ਮਤਲਬ ਜੂਆਂ ਪੈਂਦੀਆਂ ਨੇ ਦਾੜੀ 'ਚ। ਤੂੰ ਬੜੀ ਦੁੱਧ ਧੋਤੀ ਆ, ਕਿੱਥੇ ਰਹਿੰਦੀ ਰਹੀ ਆ? ਇਹ ਗੱਲ ਆਪਣਾ ਪਿਛੋਕੜ ਝਾਤੀ ਮਾਰ ਹੈ, ਆਪਣਾ ਪਿਛੋਕੜ ਝਾਤੀ ਮਾਰ। 4 ਪੈਸੇ ਆ ਜਾਂਦੇ, ਤੁਸੀਂ ਆਪਣਾ ਧਰਾਤਲ ਛੱਡ ਜਾਂਦੇ, ਆਪਣੇ ਘਰ ਵਿੱਚ ਕੇ ਤੁਰ ਜਾਂਦੇ ਹੋ, ਤੁਸੀਂ ਆਪਣਾ ਪਿੰਡ ਛੱਡ ਜਾਂਦੇ, ਸ਼ਹਿਰ ਛੱਡ ਜਾਂਦੇ ਤੁਸੀਂ। ਮਤਲਬ ਤੂੰ ਜਿਹੜੀ ਗੱਲ ਕਹੀ ਆ ਉਹਨੇ, ਮਤਲਬ ਬਹੁਤ ਮੈਂ ਬੜੀ ਸੋਚ ਸਮਝ ਕੇ ਵਕੀਲ ਦੀ ਸਲਾਹ ਲੈ ਕੇ ਕਹੀ ਆ। ਜੇ ਤੇ ਮਾਫੀ ਮੰਗਣੀ ਤੇ ਬੰਦਿਆਂ ਵਾਂਗੂ ਮੰਗੇ, ਫਿਰ ਤੇ ਮਾਫੀ ਮਿਲ ਜੂ। ਨਹੀਂ ਤਾਂ ਅਸੀਂ ਕੋਈ ਵੱਧ ਨਹੀਂ ਬੋਲ ਰਹੇ, ਇਹਦੇ ਨਾਲ ਕੋਈ ਸ਼ਬਦ ਨਹੀਂ ਮਾੜਾ ਬੋਲ ਰਹੇ। ਮੰਗਣੀ ਪੈਣੀ ਅੱਜ ਨਹੀਂ, ਕੱਲ ਨਹੀਂ ਪਰਸੋਂ ਮੰਗਣੀ ਪੈਣੀ। ਜਿਹਦੇ ਵੇਖ ਲਓ ਕੋਈ ਨਾ ਕਿ ਫੜ ਕੇ ਕੱਲ ਹੀ ਵੱਡਾ ਹਰ ਦੇ ਕੱਲ ਤੱਕ ਪੇਸ਼ ਹੋਣਾ, ਦੱਸੋ ਜਮਾਰੀ ਬੰਦੇ ਕੀ ਹੁਕਮ ਹੈ। ਚਲੋ ਮੇਰੇ ਨਾਲ ਵੈਸੇ ਨਹੀਂ, ਚਲੋ ਠੀਕ ਹੈ ਜੀ। ਮਤਲਬ ਬੰਦਾ ਕਿਸੇ ਵੇਲੇ ਨਾ 4 ਪੈਸੇ ਆ ਜਾਂਦੇ, ਸਿਰ ਫਿਰ ਜਾਂਦਾ। ਤੁਸੀਂ ਕਿਸੇ ਵੀ ਮਜ਼ਹਬ, ਕਿਸੇ ਵੀ ਧਰਮ, ਕਿਸੇ ਵੀ ਕੌਮ, ਕਿਸੇ ਵੀ ਚੀਜ਼ ਪ੍ਰਤੀ ਜਦੋਂ ਆਸਥਾ ਹੈ ਨਾ ਕਿਸੇ ਦੀ, ਉਹਦੇ ਨਾਲ ਨਾ ਖਿਲਵਾੜ ਕਰੋ। ਮੈਂ ਕਰਨ ਨੂੰ ਟਾਕ ਸ਼ੋ ਵੀ ਕਰ ਸਕਦਾ ਸੀ, ਪਰ ਨਹੀਂ, ਕਿਉਂਕਿ ਬਹੁਤ ਸਾਰਿਆਂ ਨੇ ਆ ਕੇ ਕੁਝ ਇਹੋ ਜਿਹੇ ਸ਼ਬਦ ਬੋਲਣੇ ਜਿਹੜੇ ਅਸਵੀਕਾਰਯੋਗ ਹੁੰਦੇ ਨੇ। ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਕਿਸੇ ਦੀ ਮਾਂ ਵਾ, ਕਿਸੇ ਦੀ ਮਤਲਬ ਪੋਤੀ ਆ, ਦੋਤੀ ਆ। ਹਾਂਜੀ, ਪੰਜਾਬ ਤੋਂ ਹੀ ਆ, ਸਾਡੇ ਅੰਮ੍ਰਿਤਸਰ ਤੋਂ ਆ, ਹੈ ਨਾ। ਪਰ ਤੈਨੂੰ ਪਤਾ ਆ ਕਿ ਕੌਮ ਕੀ ਆ, ਕਿੰਨਾ ਨਾਲ ਤੂੰ ਰਹਿੰਦੀ ਰਹੀ ਆ, ਤੇਰੀਆਂ ਸਹੇਲੀਆਂ ਕਿਹੜੀਆਂ ਨੇ, ਹੈ ਨਾ, ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਕੀਤੇ ਨੇ ਯਾਰ। ਕਮ ਆਨ, ਜੇ ਉਹਨਾਂ ਵਾਸਤੇ ਵੀ ਕਿਹਾ ਤੇ ਉਹਨਾਂ ਵਾਸਤੇ ਵੀ ਗਲਤ ਹੈ। ਮਤਲਬ ਉਹਦਾ ਮਤਲਬ ਪੁਜਾਰੀਆਂ ਨੇ ਮੁੱਛਾਂ ਰੱਖੀਆਂ, ਦਾੜੀ ਰੱਖੀ ਤੇ ਉਹਨੇ ਚ ਜੰਮਾਂ ਪਈਆਂ ਨੇ, ਨਾਲੇ ਅੱਜ ਦੇ ਦੌਰ ਦੇ ਵਿੱਚ। ਕਿਉਂ ਭੱਟੀ ਸਾਹਿਬ? ਬਿਲਕੁਲ। ਚਲੋ ਸ਼ੁਕਰ ਹੈ ਇਹਨੇ ਕਿਤੇ ਨਿਹੰਗ ਸਿੰਘ ਨਹੀਂ ਕਹਿ ਦਿੱਤਾ। ਇਹਦਾ ਇਸ਼ਾਰਾ ਤੇ ਨਿਹੰਗ ਸਿੰਘਾਂ ਵਾਲੇ ਪਾਸੇ ਸੀ ਵੈਸੇ, ਜਿਹਨਾਂ ਦੇ ਚੁਟਕਲੇ ਪਾਉਂਦੇ ਰਹੇ ਪਹਿਲਾਂ। ਨਿਹੰਗ ਸਿੰਘ ਆ ਗਏ ਸਾਹਮਣੇ ਜੀ, ਉਹਨਾਂ ਤੇ ਬੜੀਆਂ ਵੀਡੀਓ ਪਾਈਆਂ ਨੇ। ਨਹੀਂ ਜੀ, ਵੇਖੋ ਕੌਮ ਨਹੀਂ ਬਰਦਾਸ਼ਤ ਕਰੂਗੀ ਕਿਸੇ ਵੀ ਵਿਸ਼ੇ ਦੇ ਉੱਤੇ। ਜੇ ਤੁਸੀਂ ਗੱਲ ਕਰੋਗੇ ਕਿਸੇ ਪ੍ਰਤੀ ਅਸੀਂ ਬੋਲੀਏ, ਉਹ ਵੀ ਬਰਦਾਸ਼ਤ ਨਹੀਂ ਕਰਨਗੇ। ਪਰ ਮਤਲਬ ਜਿਹੜੀ ਆ ਨਾ, ਉਹ ਜਿਹੜੀ ਜੀਬ ਆ, ਜੀਬ ਤੇ ਕਵਿਤਾ ਬੜੀ ਪਿਆਰੀ ਹੈ ਕਿ ਇਹ ਮਤਲਬ ਹੈਗੀ ਤੇ ਹੱਡੀ ਨਹੀਂ ਹੈਗੀ, ਪਰ ਹੱਡੀਆਂ ਤੜਵਾ ਦਿੰਦੀ ਹੈ। ਜੀ। ਮਿਹਰਬਾਨੀ ਜਨਾਬ, ਥੈਂਕ ਯੂ, ਸ਼ੁਕਰੀਆ। ਸਵੇਰੇ ਮਿਲਦੇ ਹਾਂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।